ਅੰਦਰੋਂ ਤੁਰਨ ਵਾਲੇ ਬਚਨ, ਪ੍ਰਭੂ ਦੇ ਮਿਲਾਪਕਾਰੀ ਬਚਨ, ਪ੍ਰਭੂ ਦੇ ਮਾਰਗ ਦੇ ਪਾਂਧਿਆਂ ਲਈ ਸੁਖਾਲਾ ਨਕਸ਼ਾ ਉਲੀਕ ਕੇ ਦੇਣ ਵਾਲੇ ਬਚਨ ਉਹ ਸਾਨੂੰ ਬਖਸ਼ਿਸ਼ ਕੀਤੇ ਨੇ। ਭਾਈ ਗੁਰਦਾਸ ਸਾਹਿਬ ਆਪਣੀਆਂ ਵਾਰਾਂ ਦੇ ਦੁਆਰਾ ਕਿਰਪਾ ਕਰਦੇ ਆ ਰਹੇ ਨੇ। 18ਵੀਂ ਵਾਰ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ, ਗੁਰਮੁਖ ਭੈ ਵਿੱਚ ਜੰਮਣਾ, ਭੈ ਵਿੱਚ ਰਹਿਣਾ, ਭੈ ਵਿੱਚ ਚੱਲਣਾ। ਗੁਰਮੁਖ ਦਾ ਜੀਵਨ ਐਸਾ ਹੈ ਕਿ ਉਹ ਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ, ਗੁਰੂ ਨੂੰ ਮੁਖੀ ਬਣਾਉਂਦਾ ਹੈ। ਅਤੇ ਗੁਰਮੁਖ ਜਿਹੜਾ ਹੈ ਆਪਣਾ ਜੀਵਨ ਸੰਵਾਰਦਾ ਹੈ ਅਤੇ ਉਹਦਾ ਸੰਸਾਰ 'ਤੇ ਆਉਣਾ ਵੀ ਗੁਰਮੁਖਤਾਈ ਦੇ ਸਹਿਤ ਹੈ। ਉਹ ਪਰਮਾਤਮਾ ਦੇ ਭੈ ਦੇ ਵਿੱਚ ਜਨਮ ਹੁੰਦਾ ਹੈ ਔਰ ਜੀਵ ਦਾ ਪਰਮਾਤਮਾ ਦੇ ਭੈ ਦੇ ਵਿੱਚ ਜਨਮ ਹੁੰਦਾ ਹੈ। ਪਰਮਾਤਮਾ ਦਾ ਭੈ ਹੋਰ ਕਿਸੇ ਦਾ ਭੈ ਨਹੀਂ, ਔਰ ਉਹਦਾ ਜਨਮ ਲੈਣਾ ਵੀ ਭੈ ਦੇ ਵਿੱਚ, ਬਚਪਨਾ ਵੀ ਭੈ ਦੇ ਵਿੱਚ ਰਹਿੰਦਾ ਹੈ। ਅਤੇ ਜਦੋਂ ਉਹ ਕਿਸ਼ੋਰ ਅਵਸਥਾ ਵਿੱਚ ਆਉਂਦਾ ਹੈ, ਭਾਵਨਾ ਸਹਿਤ ਹੁੰਦਾ ਹੈ, ਗੁਰੂ ਵੱਲ ਨੂੰ ਮੁੱਖ ਕਰਦਾ ਹੈ। ਆਪਣੇ ਮੁਖ ਦੇ ਦੁਆਰਾ ਗੁਰੂ ਗੁਰੂ ਜਪਦਾ, ਭਲੇ ਬਚਨ ਕਰਦਾ ਹੈ। ਗੁਰੂ ਦਾ ਚਿੰਤਨ ਮੁਖ ਦੁਆਰਾ ਕਰਦਾ ਹੈ ਅਤੇ ਗੁਰੂ ਦੇ ਅੰਦਰ ਦਾ ਅੰਧਕਾਰ ਕੱਟ ਕੇ ਉਸ ਸਿੱਖ ਦੇ ਹਿਰਦੇ ਦੇ ਅੰਦਰ ਚਾਨਣਾ ਬਖਸ਼ ਦਿੰਦਾ ਹੈ। ਜਦੋਂ ਹਿਰਦੇ ਵਿੱਚ ਚਾਨਣਾ ਆ ਜਾਂਦਾ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਗੁਰਮੁਖ ਦਾ ਜਨਮ ਭੈ ਵਿੱਚ ਹੈ ਔਰ ਉਹ ਭੈ ਪਰਮਾਤਮਾ ਦਾ ਮੰਨਦਾ ਹੈ। ਬਾਹਰੋਂ ਕੋਈ ਉਹਨੂੰ ਮਾਰਨ ਵਾਸਤੇ ਵੀ ਆ ਜਾਵੇ, ਉਹਦਾ ਭੈ ਨਹੀਂ ਮੰਨਦਾ। ਛੋਟਾ ਜਿਹਾ ਬੱਚਾ ਹੈ ਔਰ ਉਹ ਮਾਂ ਦੇ ਉਦਰ ਦੇ ਅੰਦਰ ਹੈ, ਉਹਨੂੰ ਕਿਸੇ ਦਾ ਭੈ ਨਹੀਂ, ਪਰਮਾਤਮਾ ਦਾ ਡਰ ਹੈ। ਪਰਮਾਤਮਾ ਨਾਲ ਸੁਰਤ ਜੁੜੀ ਹੈ, ਪਰਮਾਤਮਾ ਤੋਂ ਡਰਦਾ ਹੈ, ਕਿਸੇ ਤੋਂ ਨਹੀਂ। ਔਰ ਬੱਚਾ ਇਹਨੇ ਜਨਮ ਲੈ ਲਿਆ ਹੈ ਅਤੇ ਉਹ ਨਿਰਭਉ ਨਾਲ ਜੁੜਿਆ ਹੈ, ਉਹਨੂੰ ਭੈ ਕਿਸੇ ਦਾ ਨਹੀਂ। ਉਹਨੂੰ ਪਤਾ ਹੈ ਪਰਮਾਤਮਾ ਨੇ ਜਨਮ ਦੇਣਾ ਹੈ ਅਤੇ ਇਸ ਜਨਮ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਪਰਮਾਤਮਾ ਤੋਂ ਬਗੈਰ। ਬੱਚੇ ਦਾ ਜਨਮ ਹੋਣਾ ਹੈ, ਉਹਨੂੰ ਰੋਕ ਕੋਈ ਨਹੀਂ ਸਕਦਾ। ਬੱਚੇ ਨੇ ਜ਼ਿੰਦਾ ਰਹਿਣਾ ਹੈ, ਉਹਨੂੰ ਰੋਕ ਕੋਈ ਨਹੀਂ ਸਕਦਾ। ਔਰ ਬੜੀਆਂ ਬੜੀਆਂ ਤਾਕਤਾਂ ਬੱਚੇ ਨੂੰ ਮਾਰਨ ਵਾਸਤੇ ਸੋਚਦੀਆਂ ਰਹੀਆਂ। ਸ਼੍ਰੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਕੰਸ ਨੇ ਬੜੇ ਉਪਰਾਲੇ ਕੀਤੇ, ਕੀ ਉਹਨੂੰ ਮਾਰ ਸਕਿਆ। ਪ੍ਰਹਿਲਾਦ ਨੂੰ ਮਾਰਨ ਵਾਸਤੇ ਹਰਨਾਕਸ਼ ਨੇ ਬੜੇ ਉਪਰਾਲੇ ਕੀਤੇ, ਕੀ ਮਾਰ ਸਕਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਔਰ ਦੁਨੀਆ ਤੋਂ ਸ਼ਾਰੀਰਿਕ ਤੌਰ 'ਤੇ ਖਤਮ ਕਰਨ ਵਾਸਤੇ ਬਾਬਾ ਪ੍ਰੀਥੀਆ ਜੀ ਨੇ ਬੜੇ ਉਪਰਾਲੇ ਕੀਤੇ, ਕਿ ਕਾਮਯਾਬ ਹੋਏ। ਐਉਂ ਹੀ ਜਾ ਕੋ ਰਾਖੈ ਸਾਈਆਂ, ਮਾਰ ਸਕੈ ਨਾ ਕੋਏ। ਜਦੋਂ ਉਹ ਰਖਵਾਲਾ ਹੈ ਨਾ, ਤੇ ਫਿਰ ਕੋਈ ਨਹੀਂ ਮਾਰ ਸਕਦਾ। ਫਿਰ ਉਹ ਜੀਵ ਹੈ ਜਿਹੜਾ ਨਾ, ਆਤਮ ਉਹ ਪਰਮਾਤਮਾ ਦੇ ਭੈ ਵਿੱਚ ਹੈ। ਬਾਹਰ ਬੱਚੇ ਦਾ ਜਨਮ ਲੈਣਾ ਜਿਹੜਾ ਹੈ, ਉਹਦਾ ਜਨਮ ਪਰਮਾਤਮਾ ਦੇ ਭੈ ਭਾਣੇ ਵਿੱਚ ਹੈ। ਉਹਨੂੰ ਪਤਾ ਪਰਮਾਤਮਾ ਨੇ ਜਨਮ ਦੇਣਾ ਹੈ ਅਤੇ ਦੁਨੀਆ ਦੀ ਤਾਕਤ ਕੋਈ ਰੋਕ ਨਹੀਂ ਸਕਦੀ। ਉਹ ਪਰਮਾਤਮਾ ਦੇ ਨਾਲ ਜੁੜਿਆ। ਬੱਚਾ ਸੰਸਾਰ ਵਿੱਚ ਆਉਂਦਾ ਹੈ, ਇੱਕ ਸੰਤ ਦੀ ਜ਼ਿੰਦਗੀ ਜਿਉਂਦਾ ਹੈ। ਸੰਤ ਵਾਲੇ ਉਹਦੇ 'ਚ ਗੁਣ ਨੇ। ਇਹ ਵੱਖਰੀ ਬਾਤ ਹੈ। ਸੰਤ ਸੁਚੇਤ ਹੈ, ਸਾਵਧਾਨ ਹੈ, ਅਤੇ ਜਿਹੜਾ ਔਰ ਬੱਚਾ ਆਚੇਤ ਹੈ, ਪਰ ਗੁਣ ਨੇ। ਜਿਹੜਾ ਰੱਬ ਨਾਲ ਜੁੜ ਗਿਆ, ਪਰਮਾਤਮਾ ਨਾਲ ਜੁੜ ਗਿਆ, ਉਹਦਾ ਵੈਰੀ ਕੋਈ ਨਹੀਂ। ਬੱਚੇ ਦਾ ਵੀ ਵੈਰੀ ਕੋਈ ਨਹੀਂ। ਬੱਚੇ ਦੇ ਕੋਲ ਸੱਪ ਆ ਜਾਵੇ, ਸਾਰਾ ਪਰਿਵਾਰ ਔਰ ਘਰ ਨੂੰ ਸਿਰ 'ਤੇ ਚੱਕ ਲੈਂਦਾ। ਬੱਚੇ ਦੇ ਆਲੇ ਉਹਦਾਲੇ ਸੱਪ ਲਿਪਟਿਆ ਹੋਇਆ, ਪਰ ਬੱਚਾ ਉਹਦੇ ਨਾਲ ਖੇਡ ਰਿਹਾ। ਬੱਚਾ ਉਹਨੂੰ ਸੱਪ ਨੂੰ ਦੇਖ ਕੇ ਭੈਭੀਤ ਨਹੀਂ ਹੁੰਦਾ, ਉਹਦੇ ਨਾਲ ਖੇਲਦਾ ਹੈ।
ਔਰ ਪਰਿਵਾਰ ਇਹ ਜਦੋਂ ਵੱਡਾ ਹੁੰਦਾ ਹੈ ਉਦੋਂ ਭੈ ਮਨ ਵਿੱਚ ਆਉਂਦਾ ਹੈ। ਬੱਚਾ ਜਿਹੜਾ ਅਚੇਤ ਰੂਪ 'ਚ, ਬੱਚੇ ਦਾ ਕੋਈ ਵੈਰੀ ਨਹੀਂ, ਕੋਈ ਆਪਣਾ ਨਹੀਂ। ਜਿਸ ਨੇ ਪ੍ਰੇਮ ਜਤਾਇਆ ਉਸ ਦੀ ਗੋਦੀ ਵਿੱਚ ਆਇਆ ਔਰ ਉਹਦੀ ਗੋਦੀ ਵਿੱਚ ਚੜ੍ਹ ਗਿਆ। ਜਿਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਔਰ ਦਾਈ ਗਏ ਜ਼ਹਿਰ ਆਪਣੀਆਂ ਦੁੱਧੀਆਂ 'ਤੇ ਲਾ ਕੇ ਤੇ ਜਾ ਕਰਕੇ ਔਰ ਉਹਨਾਂ ਨੂੰ ਦੁੱਧ ਚੁੰਘਾਉਣਾ ਚਾਹਿਆ, ਮਹਾਰਾਜ ਉਹਦੀ ਗੋਦੀ ਵਿੱਚ ਵੀ ਆ ਗਏ। ਉਹਨੂੰ ਵੈਰੀ ਨਹੀਂ ਜਾਤਾ ਤੇ ਉਹਨੂੰ ਸੰਸਾਰ ਤੋਂ ਮਾਰਿਆ ਵੀ ਤੇ ਤਾਰਿਆ ਵੀ, ਉਹਦੀ ਕਲਿਆਣ ਵੀ ਕੀਤੀ। ਇਹ ਨਹੀਂ ਕਿਹਾ ਬਈ ਇਹ ਜਿਹੜੀ ਹੈ ਔਰ ਮੇਰੇ ਕੋਲ ਮਾਰਨ ਵਾਸਤੇ ਆਈ ਤੇ ਇਹਦੀ ਕਲਿਆਣ ਨਹੀਂ ਕਰਨੀ, ਉਹਦੀ ਕਲਿਆਣ ਵੀ ਕੀਤੀ। ਵੈਰ ਨਹੀਂ, ਅੰਦਰ ਨਿਰਵੈਰ ਹੈ। ਬੱਚਾ ਨਿਰਵੈਰਤਾ ਦੀ ਜ਼ਿੰਦਗੀ ਜਿਉਂਦਾ ਹੈ। ਮਹਾਰਾਜ ਸਾਹਿਬ ਕਹਿੰਦੇ ਭੈ ਨਹੀਂ, ਔਰ ਉਹਦਾ ਜਿਹੜਾ ਹੈ ਮਨ ਨਿਰਭੈ ਵਿੱਚ। ਮਹਾਰਾਜ ਕਹਿੰਦੇ ਭੈ ਵਿੱਚ ਰਹਿਣਾ ਤੇ ਫਿਰ ਉਹ ਜੀਵਨ ਵਿੱਚ ਜਦੋਂ ਇੱਥੋਂ ਅਗੇਰੇ ਜ਼ਿੰਦਗੀ ਚੱਲਦੀ ਨਾ, ਬਹੁਤ ਤਾਦ ਅੰਦਰ ਜੀਵ ਮਾਂ ਬਾਪ ਰਿਸ਼ਤੇਦਾਰਾਂ ਦਾ ਭੈ ਮੰਨਦੇ ਨੇ। ਮੇਰੀ ਮਾਤਾ ਕੀ ਕਹੇਗੀ, ਪਿਤਾ ਕੀ ਕਹੇਗਾ, ਫਲਾਨਾ ਕੀ ਕਹੇਗਾ, ਮੈਨੂੰ ਝਿੜਕੇਗਾ। ਜਿਹੜਾ ਗੁਰਮੁਖ ਹੈ ਉਹ ਪਰਮਾਤਮਾ ਤੋਂ ਬਗੈਰ ਭੈ ਕਿਸੇ ਦਾ ਨਹੀਂ ਮੰਨਦਾ। ਭੈ ਭਾਏ ਵਿੱਚ ਔਰ ਉਹ ਭੈ ਵਿੱਚ ਰਹਿਣਾ ਤੇ ਭੈ ਵਿੱਚ ਚੱਲਣਾ, ਉਹਦਾ ਤੁਰਨਾ ਵੀ ਭੈ ਵਿੱਚ। ਸੰਸਾਰ ਵਿੱਚ ਆਇਆ ਹੈ ਤੇ ਤਾਂ ਵੀ ਭੈ ਵਿੱਚ, ਸੰਸਾਰ ਵਿੱਚ ਗੁਰਮੁਖ ਵਿਚਰਿਆ ਤਾਂ ਵੀ ਪਰਮਾਤਮਾ ਦੇ ਭੈ ਵਿੱਚ। ਤੇ ਜਿੱਦਣ ਸੰਸਾਰ ਤੋਂ ਚੱਲਣਾ ਹੈ ਨਾ, ਉਦਣ ਵੀ ਪਰਮਾਤਮਾ ਦੇ ਭੈ ਵਿੱਚ ਔਰ ਸੰਸਾਰ ਤੋਂ ਕੂਚ ਕਰਨਾ ਹੈ। ਕਹਿੰਦੇ ਸਾਧ ਸੰਗਤ ਭੈ ਭਾਏ ਵਿੱਚ, ਸਾਧ ਸੰਗਤ ਵਿੱਚ ਆਇਆ ਤੇ ਡਰਦਾ ਹੈ ਪਰਮਾਤਮਾ ਤੋਂ ਤੇ ਪ੍ਰੇਮ ਕਰਦਾ ਹੈ ਪਰਮਾਤਮਾ ਦੇ ਨਾਲ। ਆਪੇ ਤੋਂ ਉੱਪਰ ਉੱਠ ਕੇ ਤੂੰ ਦੇ ਲਈ ਜੀਵਨ ਜਿਉਂਦਾ। ਮੈਂ ਨੂੰ ਨਾਸ਼ ਕੀਤਾ ਹੋਇਆ ਸਾਧ ਸੰਗਤ ਵਿੱਚ ਆ ਕੇ। ਭਗਤ ਵਛਲ ਕਰ ਆਸ਼ਲ ਛਲਣਾ। ਪਰਿਪੂਰਨ ਪਰਮਾਤਮਾ ਭਗਤਾਂ ਦਾ ਪਿਆਰਾ ਹੈ। ਔਰ ਕਹਿਣ ਲੱਗੇ ਉਹ ਆਸ਼ਾਲੇ, ਉਹ ਛਲਾਵੇ ਵਿੱਚ ਨਹੀਂ ਆਉਂਦਾ, ਪਰ ਛਲਣਾ ਉਹਨੂੰ ਛਲ ਲੈਂਦੇ ਨੇ ਭਗਤ ਗੁਰਮੁਖ ਬੰਦਗੀ ਵਾਲੇ, ਕਿਉਂਕਿ ਉਹਨੂੰ ਵਸ ਵਿੱਚ ਕਰ ਲੈਂਦੇ ਨੇ ਆਪਣੇ। ਭਗਤਾਂ ਨੇ ਰੱਬ ਵਸ ਕੀਤਾ ਪਾਪ ਪ੍ਰੇਮ ਦੀਆਂ ਡੋਰਾਂ, ਉਹਨਾਂ ਨੇ ਰੱਬ ਨੂੰ ਵਸ ਵਿੱਚ ਕੀਤਾ। ਗੁਰਮੁਖ ਜਿਹੜਾ ਹੈ ਉਹ ਮਰ ਜੀਵੜਾ ਹੈ, ਪਰਮਾਤਮਾ ਨਾਲ ਜੁੜਿਆ ਹੋਇਆ ਹੈ। ਉਹ ਜਲ ਵਿੱਚ ਕਮਲ ਅਲਿਪਤ ਹੋਏ, ਜਿਵੇਂ ਪਾਣੀ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਹੈ ਨਾ, ਗੁਰਮੁਖ ਸੰਸਾਰ ਵਿੱਚ ਇਸ ਤਰ੍ਹਾਂ ਰਹਿੰਦਾ ਹੈ। ਮਹਾਰਾਜ ਕਹਿੰਦੇ ਗੁਰਮੁਖ ਓੰਕਾਰ ਸੱਚ ਸਮਾਇਆ। ਗੁਰਮੁਖ ਜਿਹੜਾ ਹੈ ਓੰਕਾਰ ਸੱਚ ਸਮਾਇਆ, ਜਿਹਨੇ ਉਤਪਤੀ ਕੀਤੀ ਹੈ ਨਾ ਉਹਦੇ ਵਿੱਚ ਮਿਲ ਗਿਆ। ਜਿਹਨੇ ਜਨਮ ਦਿੱਤਾ ਹੈ ਨਾ, ਜਿੱਥੋਂ ਚੱਲਿਆ ਸੀ ਗੁਰਮੁਖ ਚੱਕਰ ਕੱਟ ਕੇ ਸੰਸਾਰ ਦਾ ਉੱਥੇ ਚਲਾ ਗਿਆ, ਜਿਹਨੂੰ ਮਹਾਰਾਜ ਕਬੀਰ ਸਭ ਕਹਿੰਦੇ ਆ, ਜਾਹੀ ਕੇ ਸੰਗ ਤੇ ਵਿਛੋੜਾ ਤਾਹੀ ਕੈ ਸੰਗ ਲਾਗ। ਜਿਹਦੇ ਨਾਲ ਉਹ ਵਿਛੜ ਕੇ ਆਇਆ ਹੈ ਨਾ, ਉਹਦੇ ਨਾਲ ਜੁੜਨ ਦਾ ਯਤਨ ਕਰ। ਗੁਰਮੁਖ ਉਦਾਸੀ ਸੋ ਕਰੇ, ਜੇ ਸੱਚ ਰਹਿ ਲਿਵ ਲਾਏ। ਅੰਦਰ ਉਪਰਾਮਤਾ ਤਾਏ ਜੇ ਉਹ ਸੱਚ ਨਾਲ ਜੁੜਿਆ ਹੋਇਆ, ਸੱਚ ਵੱਲ ਨੂੰ ਤੁਰਿਆ ਹੋਇਆ। ਚਿੰਤਾ ਮੂਲ ਨਾ ਹੋਵਈ, ਹਰ ਨਾਮ ਰੱਜਾ ਆਘਾਏ। ਗੁਰਮੁਖ ਨੂੰ ਚਿੰਤਾ ਨਹੀਂ, ਹਰੀ ਦੇ ਨਾਮ ਨਾਲ ਰੱਜਿਆ ਤ੍ਰਿਪਤ ਹੋਇਆ, ਹਿਰਦਾ ਪਾਵਨ ਪਾਵਨ ਹੋਇਆ। ਗੁਰਮੁਖ ਨਾਮ ਸ਼ਬਦ ਸਾ ਲਾਹੇ, ਅਗਮਾ ਗੋਚਰ ਵੇ ਪਰਵਾਹੇ। ਔਰ ਗੁਰਮੁਖ ਨਾਮ ਨੂੰ ਸਲਾਉਂਦੇ, ਗਮਤਾ ਤੋਂ ਪਰੇ, ਇੰਦਰੀਆਂ ਦੀ ਪਕੜ ਤੋਂ ਪਰੇ, ਪਰਮਾਤਮਾ ਵੇ ਪਰਵਾਹ, ਜਿਹਨੂੰ ਕਿਸੇ ਦੀ ਪਰਵਾਹ ਨਹੀਂ। ਗੁਰਮੁਖ ਕੈਸਾ ਹੈ? ਗੁਰਮੁਖ ਸ਼ਾਂਤ ਸਦਾ ਸੁਖ ਪਾਏ। ਗੁਰਮੁਖ ਜਿਹੜਾ ਹੈ ਨਾ ਉਹ ਹਮੇਸ਼ਾ ਸ਼ਾਂਤ ਰਹਿੰਦਾ ਹੈ।
ਟਿਕਿਆ ਹੋਇਆ, ਹਿਲਦਾ ਨਹੀਂ। ਉਹ ਸ਼ਾਂਤੀ ਦਾ ਮੁਜੱਸ਼ਮਾ ਤੇ ਹਮੇਸ਼ਾ ਸੁੱਖਾਂ ਨੂੰ ਪ੍ਰਾਪਤ ਕਰਦਾ ਹੈ। ਸੁਖ ਉਹਦੇ ਕੋਲ ਨੇ। ਗੁਰਮੁਖ ਹਿਰਦੈ ਨਾਮ ਵਸਾਏ। ਗੁਰਮੁਖ ਦੇ ਹਿਰਦੇ ਅੰਦਰ ਨਾਮ ਹੈ ਤੇ ਨਾਮ ਦੇ ਨਾਲ ਸ਼ਾਂਤੀ ਹੈ। ਹਿਰਦੇ ਅੰਦਰ ਨਾਮ ਗੁਰਮੁਖ ਦੇ ਵਸਿਆ ਹੋਇਆ ਹੈ। ਗੁਰਮੁਖ ਹੋਵੈ ਸੋ ਨਾਮ ਬੁਝੈ। ਜਿਹੜਾ ਗੁਰਮੁਖ ਹੋ ਜਾਂਦਾ ਹੈ ਨਾ, ਗੁਰਮੁਖਤਾ ਦੀ ਨਿਸ਼ਾਨੀ ਹੈ, ਉਹ ਨਾਮ ਨੂੰ ਸਮਝ ਲੈਂਦਾ ਹੈ। ਬਈ ਨਾਮ ਕੀ ਆ? ਨਾਮ ਜਪਦਾ, ਇਹਦੇ ਨਾਲ ਵਾਧਾ ਕੀ ਹੈ? ਨਾ ਜਪਦਾ ਘਾਟਾ ਕੀ ਹੈ? ਤੇ ਨਾਮ ਜਪ ਕੇ ਕਾਟੇ ਦੁਰਮਤ ਕਾ ਫਾਹਾ ਹੈ। ਗੁਰਮੁਖ ਨਾਮ ਜਪ ਜਪ ਕੇ ਨਾ ਜਿਹੜੀ ਭੈੜੀ ਮਾਤੇ ਉਹਦੀਆਂ ਫਾਹੀਆਂ ਪਈਆਂ ਹੋਈਆਂ ਉਹਨਾਂ ਨੂੰ ਕੱਟ ਦਿੰਦਾ ਹੈ, ਖਤਮ ਕਰ ਲੈਂਦਾ ਹੈ। ਕਹਿੰਦੇ ਗੁਰਮੁਖ ਉਪਜੈ ਸਾਚ ਸਮਾਵੈ। ਗੁਰਮੁਖ ਜਿਹੜਾ ਉਪਜੇ ਪੈਦਾ ਹੁੰਦਾ ਹੈ ਤੇ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ, ਜਪਦਿਆਂ ਹੋਇਆਂ ਔਰ ਆਖਰ ਪਰਤ ਕੇ ਵਾਪਸ ਪਰਮਾਤਮਾ ਵਿੱਚ ਸਮਾ ਜਾਂਦਾ ਹੈ, ਮਿਲ ਜਾਂਦਾ ਹੈ। ਗੁਰਮੁਖ ਜਿਹੜਾ ਹੈ ਔਰ ਨਾ ਮਰ ਜੰਮੈ ਨਾ ਜੂਨੀ ਪਾਵੈ। ਗੁਰਮੁਖ ਨਾ ਜਨਮ ਵਿੱਚ ਆਉਂਦਾ ਹੈ, ਨਾ ਮਰਦਾ ਹੈ ਤੇ ਨਾ ਜੂਨੀਆਂ ਵਿੱਚ ਪਾਉਂਦਾ ਹੈ। ਉਹ ਪਰਮਾਤਮਾ ਦਾ ਭੇਜਿਆ ਆਇਆ ਹੈ ਤੇ ਉਹ ਪਰਮਾਤਮਾ ਦੇ ਸੱਦੇ ਅਨੁਸਾਰ ਸੰਸਾਰ ਨੂੰ ਸੇਧ ਦੇ ਕੇ ਚਲਾ ਜਾਂਦਾ ਹੈ। ਜਿਹਨੂੰ ਮਹਾਰਾਜ ਮੇਰ ਕਰਦਿਆ ਜਨਮ ਮਰਨ ਦੋਹੂ ਮੈਂ ਨਾਹੀ। ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ। ਹਰ ਸਿਉ ਲੈਣ ਮਲਾਏ। ਉਹ ਰੱਬ ਨਾਲ ਮਿਲਾਉਣ ਵਾਸਤੇ ਆਉਂਦੇ, ਉਹ ਜੰਮਣ ਮਰਨ ਦੇ ਵਿੱਚ ਨਹੀਂ। ਗੁਰਮੁਖ ਸਦਾ ਰਹਿ ਰੰਗ ਰਾਤੇ। ਗੁਰਮੁਖ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ, ਤਦਾਕਾਰ ਰਹਿੰਦੇ ਨੇ, ਇਕਮੇਕਤਾ ਹਾਸਲ ਰੱਖਦੇ, ਅਣਦਿਨ ਲੈਂਦੇ ਲਾਹਾ ਹੈ। ਔਰ ਸਤਿਗੁਰੂ ਗਰੀਬ ਨਵਾਜ਼ ਗੁਰੂ ਅਮਰਦਾਸ ਸਾਹਿਬ ਕਹਿੰਦੇ ਰਾਤ ਬ ਦਿਨੇ ਗੁਰਮੁਖ ਜਿਹੜੇ ਆ ਨਾ ਲਾਹਾ ਲੈਂਦੇ। ਉਹ ਕਿਹੜਾ ਹੈ? ਲਾਹਾ ਨਾਮ ਦਾ। ਪ੍ਰਾਨੀ ਤੂੰ ਆਇਆ ਲਾਹਾ ਲੈਣ, ਲੱਗਾ ਕਿਰਤੋ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਗੁਰਮੁਖ ਜਿਹੜਾ ਹੈ, ਗੁਰਮੁਖ ਅੱਖਰ ਜਿਤ ਧਾਵਤ ਰਹਿਤਾ। ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ। ਬਰਾਬਰ ਗੁਰਮੁਖ ਜਿਹੜਾ ਦੁੱਖ ਤੇ ਸੁੱਖ ਦੇ ਵਿੱਚ ਬਰਾਬਰ ਸੁਰਤ ਨੂੰ ਟਿਕਾ ਕੇ ਰੱਖਦਾ, ਡੋਲਣ ਨਹੀਂ ਦਿੰਦਾ। ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ। ਉਹਦੀ ਕਾਰ ਐਸੀ ਹੈ, ਇਹੋ ਜਿਹਾ ਜੀਵਨ ਕਮਾਉਂਦਾ ਹੈ, ਉਹ ਗੁਰਮੁਖ ਹੈ। ਉਹ ਗੁਰਮੁਖ ਦੀ ਗੱਲ ਭਾਈ ਗੁਰਦਾਸ ਜੀ ਕਰਦੇ। ਆਸ ਨਿਰਾਸ ਵਾਲੇ ਵੈ ਵਲਣਾ। ਕਹਿੰਦੇ ਜਿਹੜੀ ਆਸ ਸੰਸਾਰ ਵਿੱਚ ਹੈ, ਉਹਦੇ ਸੰਸਾਰ ਦੀਆਂ ਆਸਾਂ ਤੋਂ ਨਿਰਾਸ ਨਿਰਇਸ਼ਤ ਹੋ ਜਾਣਾ ਤੇ ਵਾਲੇਵੇ ਸੰਸਾਰ ਦੇ ਅੰਦਰ ਆ ਕੇ ਧੰਦਿਆਂ ਦੇ ਵਿੱਚ ਜਿਹੜਾ ਰਹਿਣਾ ਔਰ ਧੰਦਿਆਂ ਦੇ ਵਿੱਚ ਜਿਹੜਾ ਵਲਣਾ ਚੱਕਰ ਪੈ ਜਾਣਾ, ਧੰਦਿਆਂ ਦੇ ਵਿੱਚ ਹੀ ਜੀਵਨ ਲਿਪਟ ਜਾਣਾ। ਕਹਿੰਦੇ ਉਹਦੇ ਤੋਂ ਰਹਿਤ ਹੋ ਜਾਂਦਾ ਹੈ। ਆਹਰਨ ਘਨ ਹੀਰੇ ਜੁਗਤ। ਧੰਦਿਆਂ ਵਿੱਚ ਰਹਿੰਦਾ ਹੋਇਆ ਗੁਰਮੁਖ ਕਿਸ ਤਰ੍ਹਾਂ ਧੰਦਿਆਂ ਵਿੱਚੋਂ ਨਿਕਲਦਾ ਤੇ ਧਰਮ ਦਾ ਧਾਰਨੀ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਆਹਰਨ ਦੇ ਉੱਪਰ ਔਰ ਜਿਹੜਾ ਹੀਰਾ ਰੱਖਿਆ ਜਾਂਦਾ ਹੈ ਤੇ ਉੱਪਰ ਉਹਦੇ ਕਣ ਵੱਜਦਾ, ਕਣ ਹਥੌੜਾ ਉਹ ਵੱਜਦਾ, ਪਰ ਉਹ ਥੱਲੇ ਵੀ ਠੋਸ ਹੈ, ਉੱਪਰੋਂ ਵੀ ਕਣ ਵੱਜ ਰਿਹਾ ਹੈ। ਤੇ ਕਹਿੰਦੇ ਉਹ ਹੀਰਾ ਟਸ ਤੋਂ ਮਸ ਨਹੀਂ ਹੁੰਦਾ, ਉਹਨੂੰ ਤੋੜ ਫੋੜ ਨਹੀਂ ਸਕਦੇ। ਗੁਰਮੁਖ ਐਸੀ ਜੁਗਤੀ ਦੇ ਨਾਲ ਸੰਸਾਰ ਵਿੱਚ ਰਹਿੰਦਾ ਹੈ। ਦੁੱਖ ਔਰ ਸੁੱਖ ਦਰਦਾਂ ਦੇ ਸੰਸਾਰ ਦੇ ਵਿੱਚ ਨਾ ਔਰ ਹਥੌੜੇ ਵੱਜਦੇ ਨੇ ਦੁੱਖ ਸੁੱਖ ਦੇ, ਉਹਦੇ ਵਿੱਚ ਟਸ ਤੋਂ ਮਸ ਨਹੀਂ ਆਪਣੀ ਬਿਰਤੀ ਨੂੰ ਹੋਣ ਦਿੰਦਾ। ਗੁਰਮਤਿ ਨਿਹਚਲਾ ਅਟਲ ਨਾ ਟਲਣਾ। ਉਹ ਗੁਰਮਤਿ ਨੂੰ ਹਿਰਦੇ ਦੇ ਵਿੱਚ ਨਿਹਚਲ ਰੱਖਦਾ।
ਜਿਵੇਂ ਇਸ ਘਨ ਦੀ ਸੱਟ ਨਾਲ ਹੀਰਾ ਟੁੱਟਦਾ ਨਹੀਂ, ਫੁੱਟਦਾ ਨਹੀਂ, ਤੜਕਦਾ ਨਹੀਂ ਔਰ ਰੜਕਦਾ ਥੜਕਦਾ ਨਹੀਂ, ਕਹਿ ਲੱਗੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਗੁਰਮੁਖ ਜਿਹੜਾ ਹੈ ਨਾ ਉਹ ਗੁਰਮਤ ਤੋਂ ਟਲਦਾ ਨਹੀਂ ਔਰ ਟਾਲ ਮਟੋਲਾ ਨਹੀਂ ਕਰਦਾ। ਗੁਰਮਤ ਨੂੰ ਹਿਰਦੇ ਦੇ ਵਿੱਚ ਟਿਕਾ ਕੇ ਰੱਖਦਾ, ਐਨ ਇੱਕ ਰਸ ਬਿਰਤੀ ਨਾਲ ਚਾ ਦਾ ਜੀ ਦਇਆ ਮੋਮ ਵਾਂਗੀ ਢਲਣਾ। ਗੁਰਮੁਖ ਜਦੋਂ ਬਿਰਤੀ ਨੂੰ ਟਿਕਾਉਂਦਾ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਕੀ ਕਰਦਾ, ਪਰਉਪਕਾਰੀ ਵਿਚਾਰ ਵਿੱਚ। ਉਹ ਪਰਉਪਕਾਰੀ ਹੈ ਤੇ ਉਸ ਪਰਉਪਕਾਰ ਕਰਨ ਦੀ ਵਿਚਾਰ ਵਿੱਚ ਬਈ ਪਰਉਪਕਾਰ ਕੀਤਾ ਜਾਏ। ਗੁਰਮੁਖ ਜਿਹੜਾ ਹੈ ਮਹਾਰਾਜ ਦੇ ਬਚਨ ਕਰਦੇ, ਉਹ ਗੁਰਮੁਖ ਕੀ ਪਰਉਪਕਾਰ ਕਰਦਾ ਹੈ। ਔਰ ਜੀ ਦਇਆ ਮੋਮ ਵਾਂਗੀ ਢਲਣਾ, ਕਹਿੰਦੇ ਗੁਰਮੁਖ ਦੀ ਨਿਸ਼ਾਨੀ ਇਹ ਆ ਕਿ ਜੀਵਾਂ ਦੇ ਉੱਪਰ ਦਇਆ ਕਰਦਾ ਹੈ, ਤਰਸ ਕਰਦਾ ਹੈ ਔਰ ਜੀਵਾਂ ਦੇ ਉੱਪਰ ਦਇਆ ਕਰਦਾ ਤੇ ਦੁਖੀ ਨੂੰ ਵੇਖ ਕੇ, ਕਿਸੇ ਤੜਫਦੇ ਰੋਗੀ ਨੂੰ ਦੇਖ ਕੇ, ਕਿਸੇ ਭੁੱਖੇ ਨੂੰ ਦੇਖ ਕੇ ਔਰ ਉਹਦੇ ਭੋਜਨ ਲਈ ਔਰ ਉਹਦੇ ਰੋਗ ਨੂੰ ਦੂਰ ਕਰਨ ਲਈ, ਉਹਦੀ ਮਦਦ ਕਰਨ ਲਈ ਮਨ ਅੰਦਰੋਂ ਜਿਹੜਾ ਮੋਮ ਵਾਂਗੂ ਢਲ ਜਾਂਦਾ, ਦਇਆ ਵਿੱਚ ਆ ਜਾਂਦਾ। ਔਰ ਗੁਰਮੁਖ ਉਹ ਨਹੀਂ ਕਿ ਜਿਹੜਾ ਬਿਨਾਂ ਕਾਰਨ ਰੋਸ ਆਰੋਪੇ ਤੇ ਕਿਸੇ ਨੂੰ ਗਾਲੀ ਗਲੋਚ ਕਰੇ। ਗੁਰਮੁਖ ਉਹ ਆ ਛੋਟਿਆਂ ਦਾ ਵੀ ਅਦਬ ਕਰਦਾ ਹੈ, ਵੱਡਿਆਂ ਦਾ ਸਤਿਕਾਰ ਕਰਦਾ। ਗੁਰਮੁਖ ਕਦੇ ਕਿਸੇ ਦਾ ਤਿਰਸਕਾਰ ਨਹੀਂ ਕਰਦਾ। ਇਹ ਗੁਰਮੁਖਾਂ ਦੇ ਗੁਣ ਨੇ। ਗੁਰਬਾਣੀ ਪੜ੍ਹਨ ਵਾਲਾ ਇਹਨਾਂ ਗੁਣਾਂ ਦਾ ਧਾਰਨੀ ਹੁੰਦਾ ਜਾਂਦਾ ਹੈ। ਮਹਾਰਾਜ ਦੇ ਬਚਨਾਂ ਨੂੰ ਟੁੰਬਦੇ ਆ, ਕਹਿੰਦੇ ਉਹ ਮੋਮ ਵਾਂਗੂ ਢਲ ਜਾਂਦਾ ਹੈ ਤੇ ਚਾਰ ਵਰਨ ਤੰਬੋਲਾ ਰਸ, ਚਾਰ ਵਰਨ ਮਿਲ ਕੇ ਇੱਕ ਰੂਪ ਹੋ ਜਾਂਦੇ। ਜਿਵੇਂ ਪਾਨ, ਕੱਥਾ, ਸੁਪਾਰੀ, ਚੂਨਾ, ਇਹਨਾਂ ਨੂੰ ਇਕੱਠੇ ਕਰਕੇ ਦਾ ਇੱਕ ਰੰਗ ਬਣ ਜਾਂਦਾ ਜਦੋਂ ਚਬਾਉਂਦੇ ਨੇ। ਇੱਦਾਂ ਤੋਂ ਇਹ ਉਪਦੇਸ਼ ਨਾ ਲੈ ਲੈਣਾ ਕਿ ਸ਼ਾਇਦ ਬਈ ਪਾਨ ਚਬਾਉਣ ਨੂੰ ਕਿਹਾ ਹੈ, ਨਹੀਂ। ਸਿੱਖ ਧਰਮ ਅੰਦਰ ਤੰਬਾਕੂ, ਇਹ ਪਾਨ, ਸੁਪਾਰੀਆਂ ਆਦਿ ਵਿਵਰਜਿਤ ਨੇ ਔਰ ਵਿਵਰਜਿਤ ਨੇ। ਇੱਥੇ ਫਿਰ ਭਾਈ ਗੁਰਦਾਸ ਸਾਹਿਬ ਨੇ ਕਿਉਂ ਕਿਹਾ, ਇਹਨਾਂ ਨੇ ਉਹਦਾ ਇੱਕ ਰੰਗ ਬਣਨ ਦੀ ਗੱਲ ਕੀਤੀ, ਐਗਜ਼ੈਂਪਲ ਚਾਰ ਚੀਜ਼ਾਂ ਦੀ ਦਿੱਤੀ ਇੱਕ ਹੋਣ ਦੀ। ਤੇ ਚਾਰ ਵਰਨ ਨੇ, ਖੱਤਰੀ, ਬ੍ਰਾਹਮਣ ਤੇ ਸੂਦ ਤੇ ਵੈਸ਼। ਉਸੇ ਤਰ੍ਹਾਂ ਕਹਿੰਦੇ ਜਿਵੇਂ ਉਹਨਾਂ ਦਾ ਚਾਰਾਂ ਦਾ ਰੰਗ ਇੱਕ ਹੋ ਗਿਆ ਨਾ, ਜਦੋਂ ਇਹਨਾਂ ਚਾਰਾਂ ਵਰਨਾਂ ਚੋਂ ਨੇ ਇੱਕ ਮੱਤ ਗੁਰੂ ਦੀ ਲੈ ਲਈ ਨਾ, ਇਹ ਇੱਕ ਬਣ ਜਾਣਗੇ, ਇੱਕੋ ਇੱਕ ਰਹਿ ਜਾਣਗੇ ਸਿੱਖ। ਇਹਨਾਂ ਦਾ ਗੁਰੂ ਇੱਕ, ਵਿਚਾਰ ਇੱਕ, ਮਰਜ਼ਾਦਾ ਇੱਕ, ਕਰਤਾਰ ਇੱਕ ਔਰ ਮਾਰਗ ਇੱਕ, ਸੰਗਤ ਇੱਕ, ਪੰਗਤ ਇੱਕ ਹੋ ਜਾਵੇਗੀ। ਇਹਨਾਂ ਦਾ ਇੱਕੋ ਰੰਗ ਹੋਵੇਗਾ ਚਾਰਾਂ ਦਾ, ਉਹ ਪ੍ਰੇਮ ਪਰਮਾਤਮਾ ਦੇ ਨਾਲ, ਪਰਮਾਤਮਾ ਨਾਲ ਜੁੜ ਜਾਣਗੇ। ਕਹਿੰਦੇ ਐਉਂ ਚਾਰਾਂ ਦਾ ਇੱਕੋ ਰੰਗ ਹੋ ਜਾਏਗਾ। ਆਪ ਗਣਾਏ ਰਲਾਇਆ ਰਲਣਾ। ਔਰ ਕਹਿੰਦੇ ਆਪਾ ਜਿਹੜਾ ਸੀ ਨਾ ਗਵਾ ਕੇ ਆਪ ਗਵਾਏ। ਤੇ ਮਹਾਰਾਜ ਵੀ ਬਾਣੀ ਅੰਦਰ ਕਹਿੰਦੇ ਆਪ ਗਵਾਈਐ ਤਾਂ ਸਹੁ ਪਾਈਐ ਔਰ ਕੈਸੀ ਚੁਤਰਾਈ। ਹੋਰ ਕਿਹੜੀ ਸਿਆਣਪ ਹੈ ਜਿਹਦੇ ਨਾਲ ਰੱਬ ਮਿਲ ਜਾਏਗਾ। ਆਪਾ ਮਟਾ, ਆਪਾ ਗਵਾ, ਪ੍ਰਭੂ ਨੂੰ ਪਾ ਲਵੇਂਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਆਪ ਗਵਾਏ ਰਲਾਇਆ ਰਲਣਾ। ਜਦੋਂ ਆਪਾਂ ਗਵਾਤਾ ਪ੍ਰਭੂ ਦੀ ਸੰਗਤ ਵਿੱਚ ਰਲ ਜਾਵੇਗਾ, ਨਾਲ ਦੇ ਸੰਗੀ ਸਾਥੀਆਂ ਨਾਲ। ਪਹਿਲਾਂ ਤਾਂ ਵੇਖਦਾ ਨਹੀਂ ਇਹਨੇ ਕੱਪੜੇ ਕਿਹੋ ਜਿਹੇ ਪਾਏ, ਮੈਂ ਥੋੜ੍ਹਾ ਜਿਹਾ ਇੱਧਰ ਨੂੰ ਸਰਕ ਕੇ ਹੋ ਜਾ, ਔਰ ਦੂਜੇ ਨੇ ਕਿਵੇਂ ਜੇ ਬੈਠਾ ਮੈਂ ਇੱਧਰ ਨੂੰ ਹੋ ਜਾ। ਪਹਿਲਾਂ ਬਿਰਤੀ ਇਹ, ਫਿਰ ਸਾਰੇ ਭੈਣ ਭਰਾ ਦਿਸਣ ਲੱਗ ਪੈਂਦੇ, ਫਿਰ ਸਾਰੇ ਸਤ ਸੰਗੀ ਦੱਸਣ ਲੱਗ ਜਾਂਦੇ, ਫਿਰ ਸਾਰਿਆਂ ਦੇ ਨਾਲ ਬੈਠ ਕੇ ਪੰਗਤ ਵਿੱਚ ਰੋਟੀ ਖਾਵੇਗਾ। ਪਹਿਲਾਂ ਦਿਸਦਾ ਕਿਸੇ ਦੀ ਝੂਠ ਮੈਂ ਕਿਉਂ ਮੰਨਦਾ, ਇਹ ਮੇਰੇ ਚੱਕਣ ਮੈਂ ਬਹੁਤ ਵੱਡਾ ਹੈ। ਫਿਰ ਉਹ ਕਹਿੰਦਾ ਨਹੀਂ ਤੂੰ ਮੇਰੇ ਭਰਾ ਲਿਆ, ਮੰਗ ਮੰਗ ਕੇ ਭਾਂਡੇ ਪਕੜਨਗੇ।
ਜਦੋਂ ਅੰਦਰ ਬਦਲ ਜਾਂਦਾ। ਕਹਿੰਦੇ ਉਹਨੇ ਆਪਾ ਗਵਾ ਦਿੱਤਾ ਹੈ, ਹੁਣ ਪ੍ਰੇਮ ਦਾ ਰੰਗ ਉਪਜ ਗਿਆ। ਸਾਰਿਆਂ ਨੂੰ ਗੁਰੂ ਕੀ ਸੰਗਤ ਜਾਣਦਾ, ਸਾਰਿਆਂ ਵਿੱਚ ਗੁਰੂ ਦਾ ਵਾਸਾ ਜਾਣਦਾ ਹੈ, ਮੰਨਦਾ ਹੈ ਬਈ ਇਹ ਸੰਗਤ ਹੈ, ਸੰਗਤ ਵਿੱਚ ਗੁਰੂ ਹੈ, ਤੇ ਇਹ ਛਕਣ ਵਾਲਿਆਂ ਦੇ ਬਰਤਨ ਮਾਂਜਣੇ ਗੁਰੂ ਦੇ ਬਰਤਨ ਮਾਂਜਣੇ ਆ। ਇਹਨਾਂ ਦਾ ਅਦਬ ਸਤਿਕਾਰ ਕਰਨਾ, ਗੁਰੂ ਦਾ ਅਦਬ ਤੇ ਸਤਿਕਾਰ ਕਰਨਾ ਹੈ। ਉਹ ਤਾਂ ਸੇਵਾ ਕਰਦਾ ਹੈ, ਫਿਰ ਉਸ ਨੇ ਇਹ ਭਾਵਨਾ ਲੈ ਕੇ ਸਤਿਗੁਰੂ ਦੀ ਸੰਗਤ ਵਿੱਚ ਰਲ ਜਾਂਦਾ, ਮਿਲ ਜਾਂਦਾ, ਇੱਕ ਰੂਪ ਹੋ ਜਾਂਦਾ। ਜਿੰਨਾ ਚਿਰ ਅੰਦਰ ਦੂਈ ਆ ਨਾ, ਮੈਂ ਵੀ ਕਹੀ ਜਾਵਾਂਗਾ ਨਹੀਂ ਮੈਂ ਬੜਾ ਗੁਰਮੁਖ ਨਹੀਂ, ਕਹਿਣ ਮਾਤਰ ਨਾ ਹੋਵੇ। ਮੈਨੂੰ ਪਤਾ ਵੀ ਮੇਰੇ ਅੰਦਰ ਛੂਤ ਛੱਤ ਕਿੰਨੀ ਹੈ, ਤੇ ਜੇ ਮੈਨੂੰ ਪਤਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਪਤਾ ਹੀ ਹੁੰਦਾ ਬਈ। ਆਪਾਂ ਕਈ ਜਗ੍ਹਾਵਾਂ 'ਤੇ ਵੇਖ ਲੈਂਦੇ ਆ ਇੱਥੇ ਕੀ ਹੋ ਰਿਹਾ, ਤੇ ਘਰਾਂ ਵਿੱਚ ਵੀ ਤੂੰ ਮੈਂ ਹੋ ਜਾਂਦੀ ਹੈ। ਕੋਈ ਕਿਸੇ ਦੇ ਭਾਂਡੇ ਚਲਾ ਕੇ ਮਾਰਦਾ, ਕੋਈ ਕਿਸੇ ਦੇ ਨਹੀਂ। ਇੱਕ ਧਿਆਨ ਰੱਖਣਾ, ਗੁਰੂ ਘਰਾਂ 'ਚ ਸੇਵਾ ਕਰਦੇ ਆ, ਕਰਨੀ ਚਾਹੀਦੀ। ਇਹ ਸਾਡੇ ਲਈ ਸਿੱਖਿਆਦਾਇਕ ਹੈ, ਗੁਰੂ ਦੀ ਸੰਗਤ ਹੈ। ਇੱਥੇ ਤਾਂ ਅਸੀਂ ਗੁਰਦੁਆਰਾ ਸਾਹਿਬ ਤਾਂ ਭਾਂਡੇ ਖੋਹਣੇ ਇੱਕ ਦੂਜੇ ਦੇ ਹੱਥ 'ਚੋਂ, ਲਿਆਓ ਜੀ ਮੈਨੂੰ ਸੇਵਾ, ਲਿਆਓ ਜੀ ਮੈਨੂੰ। ਤੇ ਘਰੇ ਕਿਸੇ ਬਜ਼ੁਰਗ ਹੋਵੇ, ਕੋਈ ਛੋਟਾ ਹੋਵੇ, ਕੋਈ ਵੱਡਾ ਹੋਵੇ, ਉਹਦੇ ਭਾਂਡੇ ਚਲਾ ਕੇ ਮਾਰਦੇ ਆ। ਮੇਰੇ ਤੋਂ ਨਹੀਂ ਤੇਰਾ ਸਿਆਪਾ ਹੁੰਦਾ, ਆਪੇ ਆਪਦੇ ਮਾਂਜ, ਮੈਂ ਕਿਉਂ ਲਾਵਾਂ, ਮੈਂ ਕਿਉਂ ਤੈਨੂੰ ਰੋਟੀ ਫੜਾਵਾਂ, ਮੈਂ ਕਿਉਂ ਤੇਰੇ ਨਾਲ ਆ ਕਰਾਂ। ਨਹੀਂ ਗੁਰਬਖੋ, ਉੱਥੇ ਵੀ ਭਾਵਨਾ ਗੁਰੂ ਵਾਲੀ ਰੱਖਿਆ ਕਰੀਏ, ਫੇਰ ਸੁੱਖ ਹੋਣੇ ਆ। ਇੱਥੇ ਸਿੱਖਿਆ ਦਿੰਦਾ ਹੈ ਸਤਿਗੁਰੂ, ਜਿਵੇਂ ਇੱਥੇ ਸੰਗਤ ਦੇ ਨਾਲ ਬਿਨਾਂ ਭੇਦ ਭਾਵ ਦੇ ਵਿਚਰਦਾ ਹੈ ਨਾ, ਇਹ ਵੀ ਸੇਵਾ ਹੀ ਤੇ ਘਰ ਦੀ ਵੀ ਉਹ ਸੇਵਾ ਹੀ। ਇਸ ਚੀਜ਼ ਨੂੰ ਇੱਥੇ ਛੱਡ ਕੇ ਨਾ ਜਾਈਏ। ਇੱਥੇ ਸੇਵਾ ਕਰ ਲਈ, ਮੈਂ ਬਰਤਨਾਂ ਦੀ ਘਰੇ ਨਹੀਂ ਕਰਨੀ, ਘਰੇ ਵੀ ਕਰ। ਔਰ ਬੱਚਿਆਂ ਦੀ, ਬਜ਼ੁਰਗਾਂ ਦੀ, ਬਰਤਨਾਂ ਦੀ ਸੇਵਾ ਕਰ। ਉਹਨਾਂ ਨੂੰ ਪ੍ਰਸ਼ਾਦਾ ਪਾਣੀ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਛਕਾਉਣ ਦੀ ਕਰ। ਇੱਥੇ ਬੜੇ ਸੁੰਦਰ ਬੋਲ ਬੋਲਦਾ, ਬੜੇ ਸਤਿਕਾਰ ਵਾਲੇ, ਉਹਨਾਂ ਨੂੰ ਵੀ ਬੋਲ, ਤੇਰਾ ਭਲਾ ਹੋਵੇਗਾ। ਗੁਰਮੁਖ ਦੀ ਇਹ ਨਿਸ਼ਾਨੀ ਹੈ। ਔਰ ਭਾਈ ਸਾਹਿਬ ਕਹਿੰਦੇ ਉਹ ਰਲ ਜਾਂਦਾ ਹੈ, ਮਿਲ ਜਾਂਦਾ ਹੈ, ਗੁਰੂ ਨਾਲ ਵੀ ਤੇ ਸੰਗਤ ਨਾਲ ਵੀ। ਸਤਿਗੁਰੂ ਹਿਰਦੇ ਅੰਦਰ ਭਾਵਨੀ ਪ੍ਰਗਟ ਕਰ ਦਿੰਦੇ ਆ। ਵੱਟੀ ਤੇਲ ਦੀਵਾ ਹੋਏ ਬਲਣਾ, ਜਿਸ ਤਰ੍ਹਾਂ ਵੱਤੀ ਤੇ ਤੇਲ, ਦੀਵਾ, ਤਿੰਨ ਚੀਜ਼ਾਂ ਹੁੰਦੀਆਂ ਨਾ, ਤੇ ਫਿਰ ਉਹ ਦੀਵਾ ਬਲਦਾ ਚੌਥੀ ਅਗਨ ਨਾਲ, ਫਿਰ ਉਹ ਬਲਦਾ, ਫਿਰ ਉੱਤੇ ਅੱਗ ਲੱਗਦੀ। ਜੇ ਬੱਤੀ ਨਾ ਹੋਵੇ, ਤੇਲ ਹੋਵੇ, ਫਿਰ ਵੀ ਨਹੀਂ ਬਲਦਾ। ਜੇ ਦੀਵਾ ਹੀ ਨਾ ਹੋਵੇ ਤੇ ਬੱਤੀ ਤੇ ਤੇਲ ਕਿੱਥੋਂ ਆਏਗਾ। ਔਰ ਇਹ ਤਿੰਨੇ ਚੀਜ਼ਾਂ ਨਾਲ ਬਲ ਕੇ ਚਾਨਣ ਦਿੰਦਾ ਹੈ। ਸੰਗਤ, ਪੰਗਤ ਤੇ ਸਿਮਰਨ, ਫਿਰ ਅੰਦਰ ਦਾ ਦੀਵਾ ਜਲੇਗਾ। ਔਰ ਸੇਵਾ, ਸਿਮਰਨ ਔਰ ਪਿਆਰਿਓ ਗੁਰੂ ਕੀ ਪੰਗਤ ਭਾਵਨਾ ਦੇ ਨਾਲ। ਔਰ ਇਸੇ ਤਰ੍ਹਾਂ ਇਹ ਭਾਵਨਾ ਵਧਾਉਣੀਆਂ ਨੇ। ਅੰਦਰ ਦੀਵਾ ਨਾਮ ਦਾ ਜਲਾਉਣਾ ਹੈ, ਉਹ ਦੀਵਾ ਨਾਮ ਵਾਲਾ ਫੇਰ ਜਲੇਗਾ। ਤੇ ਜਦੋਂ ਦੀਵਾ ਜਲੇਗਾ ਨਾ ਨਿਮਰਤਾ ਵਿੱਚ ਆ ਕੇ, ਫਿਰ ਦੀਵਾ ਬਲੈ ਅੰਧੇਰਾ ਜਾਏ। ਵੇਦ ਪਾਠ ਮਤ ਪਾਪਾਂ ਖਾਏ, ਉਹ ਪਾਪਾਂ ਵਾਲੀ ਬਿਰਤੀ ਜਿਹੜੀ ਆ ਅੰਦਰੋਂ ਨਸ਼ਟ ਹੋ ਜਾਏਗੀ, ਖਤਮ ਹੋ ਜਾਏਗੀ। ਭਾਈ ਗੁਰਦਾਸ ਸਾਹਿਬ ਅਗਲੀ ਪੌੜੀ ਦੁਆਰਾ ਕਹਿੰਦੇ, ਸਤ ਸੰਤੋਖ ਦਇਆ ਧਰਮ ਅਰਥ ਕਰੋੜ ਨਾ ਓੜਕ ਜਾਣੇ। ਸਤ, ਸੱਚ ਸਰੂਪ ਪਰਮਾਤਮਾ, ਸੰਤੋਖ ਸੰਤੁਸ਼ਟਤਾ, ਦਇਆ, ਧਰਮ ਧਾਰਨ ਕਰਨਾ, ਅਰਥ ਪਦਾਰਥ ਆਦਿ ਕਰੋੜਾਂ ਦੀ ਗਿਣਤੀ ਵਿੱਚ ਹੋਵਣ। ਕਹਿੰਦੇ ਨਾ ਓੜਕ ਜਾਣੇ, ਇਹਨਾਂ ਦਾ ਵੀ ਕੋਈ ਓੜਕ ਅੰਤ ਨਹੀਂ ਜਾਣਦਾ ਕਿ ਸੱਚ ਸਰੂਪ ਪਰਮਾਤਮਾ ਔਰ ਸੰਤੋਖ, ਇਹ ਪਰਮਾਤਮਾ ਵਾਲੇ ਗੁਣ, ਨਾ ਪਰਮਾਤਮਾ ਦਾ ਕੋਈ ਅੰਤ ਜਾਣਦਾ ਹੈ, ਨਾ ਇਹਨਾਂ ਗੁਣਾਂ ਦਾ ਕੋਈ ਓੜਕ ਥੋ ਲੱਭਦਾ। ਭਾਈ ਸਾਹਿਬ ਕਹਿੰਦੇ, ਚਾਰ ਪਦਾਰਥ ਆਖੀਆਂ ਨਾ ਹੋਏ ਲਾਖੂਨ ਨਾ ਪਲਵਰ ਵਾਣੇ। ਕਹਿ ਲੱਗੇ ਚਾਰ ਪਦਾਰਥ ਜਿਹੜੇ ਆਖੇ ਜਾਂਦੇ ਨੇ, ਔਰ ਉਹ ਧਰਮ, ਅਰਥ ਔਰ ਜਿਹੜਾ ਕਾਮ ਤੇ ਮੋਖ। ਧਰਮ ਦੇ ਧਾਰਨੀ ਹੋਣਾ,
ਔਰ ਸਵੈ ਕਾਮਨਾਵਾਂ ਦੀ ਪੂਰਤੀ ਲਈ ਅੰਦਰੋਂ ਚੱਲਣਾ, ਉਹਦੇ ਨਾਲ ਸੇਵਾ ਸਿਮਰਨ ਕਰਨੀ, ਔਰ ਅਰਥ ਪਦਾਰਥ ਜਿਹੜੇ ਆ ਉਹਨਾਂ ਦੀ ਬਹੁਲਤਾ ਲਈ ਔਰ ਇਕੱਠੇ ਕਰਨੇ, ਅਤੇ ਜਿਹੜੀ ਹੈਗੀ ਆ ਮੋਕਸ਼ ਉਹ ਵੀ ਪ੍ਰਾਪਤ ਹੋਣੀ, ਉਹਦੀ ਇੱਛਾ ਕਰਨੀ। ਭਾਈ ਸਾਹਿਬ ਕਹਿੰਦੇ ਆ ਜਦੋਂ ਐਸਾ ਹੋਇਆ, ਹੋਏ ਲੱਖੋਣ ਨਾ ਪਲ ਪਰਵਾਣੇ, ਕਹਿੰਦੇ ਸਭ ਕੁਝ ਲੱਖਾਂ ਦੇ ਰੂਪ ਵਿੱਚ ਹੋ ਜਾਵੇ, ਨਾ ਪਲ ਪਰਵਾਣੇ, ਪਰਮਾਤਮਾ ਨਾਲ ਜਿਹੜਾ ਪਲ ਮਾਤਰ ਜੁੜ ਜਾਣਾ ਨਾ, ਉਹਦੇ ਬਰੋਬਰ ਨਹੀਂ ਹੋ ਸਕਦੇ। ਔਰ ਪਰਵਾਣੇ ਨਾ ਪਲ ਪਰਵਾਣੇ, ਗੁਰਮੁਖ ਦੇ ਪਲ ਮਾਤਰ ਸਿਮਰਨ ਦੇ ਬਰਾਬਰ ਨਹੀਂ, ਇਹ ਤੁਲ ਨਹੀਂ ਔਰ ਤੁਲ ਸਕਦੇ, ਬਰਾਬਰ ਨਹੀਂ ਹੋ ਸਕਦੇ। ਕਹਿਣ ਲੱਗੇ ਰਿਧੀ ਸਿੱਧੀ ਲੱਖ ਲੱਖ, ਲੱਖਾਂ ਰਿਧੀਆਂ ਲੱਖਾਂ ਸਿੱਧੀਆਂ, ਨਿਧ ਨਿਧਾਨ ਲੱਖ ਤਿਲ ਨਾ ਤੁਲੈ ਤੁਲਾਣੈ। ਕਹਿਣ ਲੱਗੇ ਲੱਖਾਂ ਨਿਧੀਆਂ ਲੱਖਾਂ ਖਜ਼ਾਨੇ ਔਰ ਤਿਲ ਨਾ ਤੁਲਾਣੈ, ਤਿਲ ਮਾਤਰ ਵੀ ਗੁਰਮੁਖ ਦੀ ਕਰਨੀ ਤੇ ਸਿਮਰਨ ਵਾਲੇ ਦੀ ਕਰਨੀ, ਉਹਦੇ ਤਿਲ ਮਾਤਰ ਸਮੇਂ ਜਿੰਨੇ 'ਚ ਵੀ ਲੱਖਾਂ ਰਿਧੀਆਂ ਸਿੱਧੀਆਂ ਤੇ ਖਜ਼ਾਨੇ ਉਹਦੀ ਬਰਾਬਰ ਨਹੀਂ ਤੁਲ ਸਕਦੇ। ਸਿਮਰਨ ਤੇ ਸੇਵਾ ਵਾਲੇ ਦੀ ਐਡੀ ਵੱਡੀ ਉਪਾਧੀ ਹੈ, ਰਿਧੀਆਂ ਸਿੱਧੀਆਂ ਵਾਲੇ ਨੂੰ ਵੀ ਉਹ ਅੱਗੇ ਲੰਘ ਜਾਂਦਾ ਹੈ। ਔਰ ਜਿਹੜਾ ਜਪਣ ਵਾਲਾ ਜੁੜਿਆ ਹੋਇਆ ਹੈ, ਦਰਸ਼ਨ ਦ੍ਰਿਸ਼ਟ ਸੰਜੋਗ ਲੱਖ, ਔਰ ਲੱਖਾਂ ਹੀ ਜਿਹੜੇ ਆ ਦਰਸ਼ਨ ਕਰਦੇ ਤੇ ਲੱਖਾਂ ਹੀ ਦ੍ਰਿਸ਼ਟ ਲਾਉਂਦੇ, ਧਿਆਨ ਲਾਉਂਦੇ ਜੋਗੀ ਜਨ, ਤੇ ਲੱਖਾਂ ਹੀ ਜਿਹੜੇ ਆ 6 ਦਰਸ਼ਨਾਂ ਵਾਲੇ ਨੇ। ਔਰ ਸ਼ਬਦ ਸੁਰਤ ਲਿਵ ਲੱਖ ਹੈਰਾਨੇ, ਲੱਖਾਂ ਹੀ ਔਰ ਸ਼ਬਦ ਨਾਲ ਸੁਰਤ ਜਿਹੜੇ ਆ ਜੋੜਨ ਦਾ ਯਤਨ ਕਰਦੇ, ਹੈਰਾਨ ਹੁੰਦੇ। ਗਿਆਨ ਧਿਆਨ ਸਿਮਰਨ ਅਸੰਖ, ਕੁਝ ਕਹਿੰਦੇ ਜੀ ਅਸੀਂ ਗਿਆਨ ਪ੍ਰਾਪਤ ਕੀਤਾ, ਕੁਝ ਕਹਿੰਦੇ ਜੀ ਬੜਾ ਧਿਆਨ ਲਾਉਣੇ ਆ ਔਰ ਚਿੰਤਨ ਕਰਦੇ, ਐਸੇ ਅਨੇਕਾਂ ਨੇ। ਭਗਤ ਜੁਗਤ ਲੱਖ ਨੇਤ ਵਖਾਣੇ, ਲੱਖਾਂ ਹੀ ਭਗਤੀ ਕਰਦੇ। ਔਰ ਕੋਈ ਪੁੱਠਾ ਲਟਕਿਆ ਹੋਇਆ ਹੈ, ਕੋਈ ਧੂਣੀਆਂ ਤਾਪੇ ਜਾਂਦਾ ਹੈ, ਕੋਈ ਜਲ ਧਾਰੇ ਕਰਦਾ ਹੈ। ਪੁੱਛੋ ਜੀ ਇਹ ਭਗਤੀ ਕਰਦੇ, ਇਹ ਤਾਂ ਬਹੁਤ ਵੱਡੇ ਦੁਨੀਆ ਕਹਿੰਦੀ ਭਗਤ ਨੇ। ਕਹਿੰਦੇ ਲੱਖ ਨੇਤ ਵਖਾਣੇ, ਲੱਖਾਂ ਹੀ ਪਰਮਾਤਮਾ ਨੂੰ ਨੇਤ ਨੇਤ ਕਹਿੰਦੇ ਆ। 6ਵੀਂ ਤੁਕ ਵਿੱਚ ਭਾਈ ਸਾਹਿਬ ਕਹਿੰਦੇ ਪਰਮ ਪਿਆਲਾ ਸਹਿਜ ਘਰ, ਪਰਮਾਤਮਾ ਦੇ ਪ੍ਰੇਮ ਦਾ ਪਿਆਲਾ, ਉਹਦੀ ਬਖਸ਼ਿਸ਼, ਉਹਦੀ ਰਹਿਮਤ ਜਿਹੜੀ ਆ ਉਹ ਸਹਿਜ ਸ਼ਾਂਤੀ ਦੇ ਨਾਲ ਮਿਲਦੀ ਹੈ, ਐਉਂ ਨਹੀਂ ਮਿਲਦੀ। ਇਸ ਤਰ੍ਹਾਂ ਇਹਨਾਂ ਗੁਣਾਂ ਨਾਲ ਨਹੀਂ ਮਿਲਦੀ, ਕਿਉਂਕਿ ਇਹ ਚੀਜ਼ਾਂ ਨੂੰ ਪ੍ਰਾਪਤ ਕਰਕੇ ਰਿੱਧੀਆਂ ਸਿੱਧੀਆਂ ਨੂੰ ਹਉਮੈ ਆ ਜਾਂਦੀ। ਮੇਰੇ ਕੋਲ ਕਰਾਮਾਤਾਂ ਬਹੁਤ ਹੈ, ਆਹ ਬਹੁਤ ਹੈ, ਗਿਆਨ ਬਹੁਤ ਹੈ, ਮੈਂ ਧਿਆਨ ਬਹੁਤ ਜੋੜਦਾ। ਕਹਿੰਦੇ ਹਉਮੈ ਵਿੱਚ ਆ ਗਏ। ਪ੍ਰੇਮ ਦਾ ਪਿਆਲਾ ਜਿਹੜਾ ਹੈ, ਜਿਹਨੂੰ ਪ੍ਰਭੂ ਭਾਵੇ ਉਹਨੂੰ ਦਿੰਦਾ ਹੈ ਸਹਿਜ ਘਰ ਸ਼ਾਂਤੀ ਨਾਲ। ਗੁਰਮੁਖ ਸੁਖ ਫਲ ਚੋਜ ਵਡਾਣੇ, ਗੁਰਮੁਖਾਂ ਨੂੰ ਸੁਖ ਫਲ ਇਹ ਔਰ ਚੋਜ ਵਡਾਣੇ, ਉਹ ਵੱਡੇ ਕੌਤਕ ਪਰਮਾਤਮਾ ਦੇ ਅਚਰਜ ਰੂਪ ਜਿਹੜੇ ਚੋਜ ਨੇ ਔਰ ਉਹ ਵੱਡੇ ਨੇ। ਮਤ ਬੁੱਧ ਸੁਧ ਲੱਖ ਮੇਲ ਮੁਲਾਣੇ, ਜਦੋਂ ਮਤ ਪਵਿੱਤਰ ਹੋ ਗਈ, ਬੁੱਧੀ ਸ਼ੁੱਧ ਹੋ ਗਈ, ਪਾਵਨ ਹੋ ਗਈ, ਲੱਖ ਉਹਨੂੰ ਜਾਣ ਕੇ ਫਿਰ ਮੇਲ ਮੁਲਾਣੇ, ਫਿਰ ਪ੍ਰਭੂ ਦੇ ਨਾਲ ਗੁਰਮੁਖਾਂ ਦਾ ਮੇਲ ਹੋ ਜਾਂਦਾ। ਉਹ ਮਿਲ ਜਾਂਦੇ ਨੇ ਪਰਮਾਤਮਾ ਦੇ ਨਾਲ, ਪਰਮਾਤਮਾ ਦੇ ਸੰਗ। ਗੁਰਸਿੱਖ ਪਿਆਰੇ, ਭਾਈ ਗੁਰਦਾਸ ਸਾਹਿਬ ਸਭ ਤੋਂ ਸ੍ਰੇਸ਼ਟਤਾ ਦੱਸਦੇ ਨੇ ਉਸ ਅਕਾਲ ਦੀ। ਜਪ ਤਪ ਸੰਜਮ ਲੱਖ ਲੱਖ, ਲੱਖਾਂ ਕਿਸੇ ਜਾਪ ਕਰ ਲਏ, ਲੱਖਾਂ ਤਪ ਸਾਧਨਾ ਕਰ ਲਈਆਂ, ਆਪਣੇ ਆਪ ਨੂੰ ਸੰਜਮ ਸੰਕੋਚਨਾ, ਔਰ ਲੱਖਾਂ ਨੇ ਆਰੰਭ ਕੀਤਾ ਹੋਮ ਜਗ ਨਹੀਂ ਵੇਦ ਕਰੋੜੀ, ਔਰ ਲੱਖਾਂ ਹੀ ਹਮਨ ਕਰੋੜਾਂ ਕੀਤੇ, ਕਰੋੜਾਂ ਜਗ ਨਹੀਂ ਵੇਦ ਕਰੋੜੀ, ਤੇ ਕਰੋੜਾਂ ਵਾਰ ਪੂਜਨ ਕੀਤਾ ਜਿਹੜੇ ਪੂਜਾ ਚੜਾਉਂਦੇ ਨੇ। ਔਰ ਵਰਤ ਨੇਮ ਸੰਜਮ ਘਣੇ, ਬਹੁਤ ਵਰਤ ਰੱਖੇ, ਬੜੀਆਂ ਸੰਕੋਚਾਂ ਕੀਤੀਆਂ, ਘਣੇ ਬਹੁਤੇ ਜ਼ਿਆਦੇ ਨਿਯਮ ਨਿਭਾਏ। ਕਰਮ ਧਰਮ ਲਖ ਤੰਦਾ ਮਰੋੜੀ, ਕਹਿਣ ਲੱਗੇ ਕਰਮ ਤੇ ਧਰਮ ਦਿਖਾਵੇ ਵਾਲੇ, ਜਿਹਨੂੰ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੂਟੈ, ਉਹ ਕਰਮ ਲੱਖਾਂ ਕੀਤੇ। ਤੇ ਤੰਦ ਮਰੋੜੀ, ਜਿਵੇਂ ਤੰਦ ਮਰੋੜ ਕੇ ਵੱਟ ਚਾੜ ਦੇਈਦਾ
ਤੇ ਉਹ ਟੁੱਟ ਨਹੀਂ ਸਕਦੀ। ਭਾਵ ਸੂਤ ਦੀ ਮਾਲਾ ਔਰ ਜਿਹੜੀ ਅਵਗੁਣਾ ਵਾਲੀ ਸੀ ਉਹਦੇ ਵਿੱਚ ਜੁੜ ਗਏ। ਕਹਿਣ ਲੱਗੇ ਤੀਰਥਾ ਪੁਰਬ ਸੰਜੋਗ ਲਖ, ਤੀਰਥਾਂ ਲੱਖਾਂ ਤੇ ਫਿਰੇ, ਲੱਖਾਂ ਵਾਰੀ ਨਹਾਤੇ ਤੇ ਲੱਖਾਂ ਪੁਰਬਾਂ ਤੇ ਜਾ ਕੇ, ਜਿਵੇਂ ਜੀ ਇਹ ਸੂਰਜ ਗ੍ਰਹਿਣ ਦਾ ਔਰ ਸਮਾਂ ਆ ਗਿਆ, ਇਹ ਫਲਾਨਾ ਜੋੜ ਮੇਲਾ ਜੀ, ਔਰ ਇਹਦੇ ਤੇ ਨਹਾਓਗੇ ਤੇ ਬਹੁਤ ਤੁਹਾਨੂੰ ਸਕੂਨ ਮਿਲੇਗਾ। ਕਹਿਣ ਲੱਗੇ ਇਸ ਤਰ੍ਹਾਂ ਦੇ ਲੱਖਾਂ ਹੀ ਔਰ ਪੁਰਬਾਂ ਦੇ ਸੰਜੋਗ ਕੀਤੇ, ਪੁੰਨ ਦਾਨ ਉਪਕਾਰ ਨਾ ਓੜੀ, ਨਾ ਪੁੰਨ ਨਾ ਦਾਨ ਉਹਨਾਂ ਤੀਰਥਾਂ ਤੇ ਜਾ ਕੇ ਜਿਹੜੇ ਕਰਦੇ ਰਹੇ, ਔਰ ਦੂਜਿਆਂ ਦੇ ਤਾਈਂ ਓੜੀ, ਉਹਨਾਂ ਨਾਲ ਵੀ ਓੜਕ ਨਾ ਲੱਭੀ, ਉਹ ਵੀ ਉੱਥੋਂ ਤੱਕ ਨਾ ਪਹੁੰਚਣਾ ਕੀਤੇ, ਉਹਨਾਂ ਨੇ ਵੀ ਕੁਝ ਪੱਲੇ ਨਾ ਪਾਇਆ, ਉਹਦੇ ਨਾਲ ਵੀ ਓੜੀ ਓੜਕ ਨਾ ਲੱਭਾ। ਦੇਵੀ ਦੇਵਾ ਸਾਰੇ ਵਾਣੇ, ਦੇਵੀਆਂ ਤੇ ਦੇਵਤੇ ਉਹਨਾਂ ਨੂੰ ਸਾਰੇ ਵਣੇ, ਉਹਨਾਂ ਨੂੰ ਜਪਣਾ, ਉਹਨਾਂ ਦੀ ਸੇਵਾ ਕਰਨੀ। ਕਹਿੰਦੇ ਬੜੀ ਲੱਖਾਂ ਨੇ ਸੇਵਾ ਕੀਤੀ ਪਰ ਅੰਦਰ ਦੀ ਸ਼ਾਂਤੀ ਨਾ ਮਿਲੀ, ਅੰਦਰ ਦਾ ਸੁੱਖ ਇਹਨਾਂ ਨਾਲ ਨਾ ਮਿਲਿਆ। ਵਰ ਸਰਾਪ ਲੱਖ ਜੋੜ ਵਛੋੜੀ, ਦੇਵੀ ਦੇਵਤਿਆਂ ਨੇ ਪ੍ਰਸੰਨ ਹੋ ਕੇ ਕਿਸੇ ਨੂੰ ਵਰ ਦੇਣਾ ਚਾਹਿਆ ਤੇ ਕਿਸੇ ਨੂੰ ਸ਼ਰਾਪ ਦੇਣਾ ਚਾਹਿਆ। ਉਹ ਬਸ ਕਿਸੇ ਨੂੰ ਜੋੜਨ ਲੱਗ ਪਏ ਤੇ ਕਿਸੇ ਨੂੰ ਤੋੜਨ ਲੱਗ ਪਏ। ਉਹਨਾਂ ਨੇ ਕੰਮ ਇਹ ਆਰੰਭ ਦਿੱਤੇ, ਦਰਸ਼ਨ ਵਰਨ ਲੱਖ, ਔਰ ਜਿਹੜੇ 6 ਦਰਸ਼ਨ 6 ਫਿਰਕੇ ਸਨ, ਔਰ ਜੋਗੀਆਂ ਦੇ 12 ਫਿਰਕੇ, ਔਰ ਉਹਨਾਂ ਨੇ ਵਰਨ ਔਰ ਤੇ ਅਵਰਨ, ਜਿਹੜੇ 4 ਵਰਨ ਤੇ ਵਰਨਾ ਤੋਂ ਰਹਿਤ ਲੱਖਾਂ ਸਨ। ਪੂਜਾ ਅਰਚਾ ਬੰਧਨ ਤੋੜੀ, ਪੂਜਾਵਾਂ ਦੇ ਅੰਦਰ ਤੇ ਅਰਚਾ ਜਿਹੜੀਆਂ ਆ ਕਰਕੇ ਛੜਕਾਓ ਆਦ ਕਰਨੇ ਉਹਦੇ ਵਿੱਚ ਜੁੜੇ ਹੋਏ ਸਨ, ਪੂਜਾ ਆਦ ਕਰਮਾਂ ਦੇ ਵਿੱਚ। ਕਹਿਣ ਲੱਗੇ ਐਸਾ ਹੋ ਗਿਆ ਉਹਨਾਂ ਪੂਜਾ ਦੇ ਨਾਲ ਔਰ ਬੰਧਨ ਤੋੜੀ, ਆਪਣੇ ਬੰਧਨਾਂ ਨੂੰ ਤੋੜਨਾ ਚਾਹੁੰਦੇ। ਲੋਕ ਵੇਦ ਗੁਣ ਗਿਆਨ ਲਖ, ਲੋਕ ਤੇ ਜਿਹੜੇ ਵੇਦ ਨੇ ਤੇ ਉਹਨਾਂ ਦੇ ਗੁਣ ਤੇ ਵੇਦਾਂ ਦਾ ਗਿਆਨ ਲੱਖ ਲੱਖਾਂ ਰੂਪ ਅੰਦਰ, ਔਰ ਜੋਗ ਭੋਗ ਲਖ ਝਾੜ ਪਛੋੜੀ। ਕਹਿੰਦੇ ਜੋਗ ਜੁੜਨਾ ਤੇ ਭੋਗ ਪਦਾਰਥ ਲੱਖਾਂ ਤੇ ਔਰ ਝਾੜ ਜਿਹੜੇ ਝਾੜ ਕੇ ਪਿੱਛੇ ਸੁੱਟ ਦੇਣੇ, ਔਰ ਉਹਨਾਂ ਨੂੰ ਸੁੱਟ ਦਿੱਤਾ। ਔਰ ਸੱਚੋ ਉਰੈ ਸਭ ਕਿਹੋ, ਭਾਈ ਗੁਰਦਾਸ ਸਾਹਿਬ 7ਵੀਂ ਤੁਕ ਵਿੱਚ ਆ ਕੇ ਕਹਿੰਦੇ ਜਿੰਨਿਆਂ ਦੀ ਉੱਤੇ ਗਿਣਤੀ ਕੀਤੀ ਨਾ, ਇਹ ਜਿੰਨੇ ਦੇਵੀ ਦੇਵਤੇ, ਜਿੰਨੇ ਕਰਮ ਧਰਮ, ਜਿੰਨੇ ਜਪ ਤਪ ਰਿਧੀਆਂ ਸਿੱਧੀਆਂ ਔਰ ਤੀਰਥਾਂ ਦਾ ਭ੍ਰਮਣ ਕਰਨਾ, ਤੀਰਥਾਂ ਤੇ ਦਾਨ ਕਰਨਾ, ਬਿਨ ਪਰਮਾਤਮਾ ਦੇ ਨਾਮ ਤੋਂ ਬਗੈਰ ਵੈਗਰੂ ਤੋਂ, ਭਾਈ ਗੁਰਦਾਸ ਸਾਹਿਬ ਕਹਿੰਦੇ ਸੱਚੋਂ ਉਰੈ ਸਭ ਕਿਹੋ, ਇਹ ਸਾਰੇ ਸੱਚ ਤੋਂ ਉਰਾ ਨੇ। ਸਾਚੇ ਪਰਮਾਤਮਾ, ਸਾਰੇ ਦੇ ਸਾਰੇ ਪਰਮਾਤਮਾ ਤੋਂ ਉਰੇ, ਪਰਮਾਤਮਾ ਤੱਕ ਕੋਈ ਦੀ ਪਹੁੰਚ ਨਹੀਂ, ਪਰਮਾਤਮਾ ਤੱਕ ਕੋਈ ਨਹੀਂ ਪਹੁੰਚਿਆ। ਲੱਖ ਸਿਆਣਪ ਸਭਾ ਥੋੜੀ, ਕਹਿ ਲੱਗੇ ਲੱਖਾਂ ਸਿਆਣਪਾਂ ਹੋਵਣ ਤੇ ਉਹ ਸਭਾ ਦੇ ਵਿੱਚ ਆ ਜਾਣਾ, ਔਰ ਲੱਖਾਂ ਸਿਆਣਪਾਂ ਵੀ ਪ੍ਰਭੂ ਦੀ ਸਭਾ ਵਿੱਚ ਔਰ ਥੋੜੀ ਘੱਟ ਨੇ। ਉੱਪਰ ਸੱਚ ਆਚਾਰ ਚੌਪੂੜੀ, ਕਹਿ ਲੱਗੇ ਸਾਰਿਆਂ ਦੇ ਉੱਪਰ, ਸਾਰਿਆਂ ਤੋਂ ਸਰਮਾਉਰ ਸੱਚ ਪਰਮਾਤਮਾ ਹੈ, ਔਰ ਪਰਮਾਤਮਾ ਨੇ ਉੱਪਰ ਸਭ ਤੋਂ ਰੱਖਿਆ ਹੈ ਉਹ ਪਰਮਾਤਮਾ ਦਾ ਨਾਮ। ਇਹ ਸਾਰੇ ਦੇ ਸਾਰੇ ਫਿਰ ਕੇ ਪਰਮਾਤਮਾ ਤੋਂ ਉਰੇ ਨੇ, ਪਰੇ ਵਾਲਾ ਇਹਨਾਂ ਚੋਂ ਕੋਈ ਵੀ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਸਤਿਗੁਰ ਸੱਚਾ ਪਾਤਸ਼ਾਹ, ਅਗਲੀ ਪੌੜੀ ਵਿੱਚ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਸੱਚਾ ਪਾਤਸ਼ਾਹ। ਦੁਨੀਆ ਦੇ ਪਾਤਸ਼ਾਹ ਝੂਠੇ ਨੇ ਤੇ ਉਹਨਾਂ ਦੀਆਂ ਵਸਤੂ ਵੀ ਝੂਠੀਆਂ, ਰਾਜਧਾਨੀਆਂ ਵੀ ਝੂਠੀਆਂ, ਸਭਾਵਾਂ ਵੀ ਉਹਨਾਂ ਦੀਆਂ ਝੂਠੀਆਂ, ਨਿਆਓ ਵੀ ਝੂਠ ਦਾ ਕਰਦੇ। ਤੇ ਅੱਜ ਵੀ ਅਦਾਲਤਾਂ ਵਿੱਚ ਇਹੀ ਹੁੰਦਾ ਹੈ ਨਾ, ਅਦਾਲਤ ਤਾਂ ਇਨਸਾਫ ਲਈ ਹੈ ਪਰ ਨਿਆਓ ਝੂਠੇ ਦਾ ਵੱਢੀ ਲੈ ਕੇ ਗਵਾਹੀ ਦੇ ਦਿੰਦੇ ਆ, ਤੇ ਔਰ ਜਿਹੜਾ ਝੂਠਾ ਹੁੰਦਾ ਹੈ ਉਹਨੂੰ ਬਰੀ ਕਰਾ ਦਿੰਦੇ ਜੀ, ਇਹ ਤਾਂ ਬੜਾ ਸੱਚਾ ਸੁੱਚਾ, ਤਾਂ ਸੱਚੇ ਨੂੰ ਕੈਦ ਕਰਾ ਦਿੰਦੇ ਆ। ਔਰ ਝੂਠ ਹੀ ਹੋਇਆ ਨਾ, ਹੋਰ ਕੀ, ਝੂਠ ਦਾ ਹੀ ਪਲੰਦਾ ਨਾ। ਪ੍ਰਭੂ ਜਿਹੜਾ ਹੈ ਉਹ ਨਿਆਓ ਸੱਚ ਦਾ ਕਰਦਾ ਹੈ, ਖੁਦਾ ਜਿਹੜਾ ਅਦਲ ਕਰਦਾ ਹੈ, ਅਨਿਆਂ ਨਹੀਂ ਕਰਦਾ।
ਉਹਦੀ ਸਭਾ ਦੇ ਵਿੱਚ ਕੋਈ ਵਕੀਲ ਨਹੀਂ, ਕੋਈ ਵੱਡੀ ਲੈ ਕੇ ਅਗਵਾਈ ਨਹੀਂ ਦੇ ਸਕਦਾ, ਕਿਉਂਕਿ ਉਹ ਪਰਮਾਤਮਾ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੁੰਦਾ ਹੈ। ਉਹਨੂੰ ਪਤਾ ਬਈ ਇਹਨੇ ਕੀ ਕੁਝ ਕੀਤਾ ਹੈ, ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ। ਬਾਕੀ ਤਾਂ ਸਾਰੇ ਦੇ ਸਾਰੇ ਝੂਠੇ ਨੇ ਪਾਤਸ਼ਾਹ, ਉਹ ਸੱਚਾ ਪਾਤਸ਼ਾਹ ਹੈ, ਸੱਚੀ ਉਹਦੀ ਸਭਾ ਹੈ। ਸਾਧ ਸੰਗਤ ਸੱਚ ਤਖਤ ਸੁਹੇਲਾ, ਔਰ ਸਾਧ ਸੰਗਤ ਰੂਪੀ ਸਾਧ ਸੰਗਤ ਤੇ ਉਹ ਜਿੱਥੇ ਨਿਆਂ ਕਰਦਾ ਹੈ ਨਾ, ਉਹਦਾ ਉਹ ਸੱਚਾ ਤਖਤ ਤੇ ਬੜਾ ਸੁਹਾਵਣਾ, ਜਿੱਥੇ ਪਰਮਾਤਮਾ ਬੈਠ ਕੇ ਨਿਆਂ ਸੱਚ ਦਾ ਕਰਦਾ ਹੈ। ਸੱਚ ਸ਼ਬਦ ਟਕਸਾਲ ਸੱਚ, ਸੱਚਾ ਪ੍ਰਭੂ ਦਾ ਸ਼ਬਦ ਹੈ ਤੇ ਸੱਚੀ ਉਹਦੀ ਟਕਸਾਲ, ਜਿੱਥੇ ਸ਼ਬਦ ਘੜਿਆ ਜਾਂਦਾ, ਜਿੱਥੇ ਉਪਦੇਸ਼ ਔਰ ਦਿੱਤਾ ਜਾਂਦਾ। ਅਸ਼ਟ ਧਾਤ ਇੱਕ ਪਾਰਸ ਮੇਲਾ, 8 ਧਾਤਾਂ ਨੂੰ ਪਾਰਸ ਛੋ ਕੇ ਔਰ ਇੱਕ ਮਿਲਾ ਕੇ ਇੱਕ ਕਰ ਦਿੰਦਾ ਹੈ। ਗੁਰੂ ਜਿਹੜਾ ਹੈ ਔਰ ਜਿਹੜਾ 4 ਵਰਨ 4 ਮਜ਼ਹਬਾਂ ਨੂੰ 8 ਨੂੰ ਮਿਲਾ ਕੇ ਇੱਕ ਸੰਗਤ ਬਣਾ ਦਿੰਦਾ ਹੈ, ਇੱਕ ਰੂਪ ਕਰ ਦਿੰਦਾ ਹੈ। ਸੱਚ ਅਬ ਚਲ ਰਾਜ ਹੈ, ਸੱਚਾ ਪਰਮਾਤਮਾ ਜਿਹੜਾ ਵਾਹਿਗੁਰੂ ਨਾ, ਉਹਦਾ ਰਾਜ ਹਿੱਲਣ ਚੁੱਲਣ ਵਾਲਾ ਨਹੀਂ, ਉਹ ਐ ਟਕਾਏ ਮਾਂ ਨੇ। ਦੁਨੀਆ ਦੇ ਰਾਜਿਆਂ ਦੇ ਰਾਜ ਪਲਟਦੇ ਨੇ, ਹੁਣ ਵੀ ਤਾਂ ਰਾਜੇ ਰਾਜ ਹੀ ਕਰ ਰਹੇ ਨਾ, ਮੁੱਖ ਮੰਤਰੀ ਕਹਿ ਲਓ, ਪ੍ਰਧਾਨ ਮੰਤਰੀ ਕਹਿ ਲਓ, ਇਹਨਾਂ ਦਾ ਵੀ ਸਮਾਂ ਨਿਯਤ ਹੈ ਤੇ ਪਰਦਾ ਜਿਹੜੀ ਹੈ ਫਿਰ ਪਲਟਾ ਲਵਾ ਦਿੰਦੀ ਹੈ ਔਰ ਉਹਨਾਂ ਨੂੰ ਉਹਨਾਂ ਦੀ ਨੀਤੀ ਦਿਖਾ ਦਿੰਦੀ। ਪਰ ਪਰਮਾਤਮਾ ਦਾ ਜਿਹੜਾ ਰਾਜ ਹੈ ਨਾ, ਉਹਨੂੰ ਕੋਈ ਤੌਖਲਾ ਨਹੀਂ, ਜੋ ਕਿਛ ਕਰੇ ਸੋ ਆਪੇ ਕਰੇ। ਇਹ ਨਹੀਂ ਬਈ ਸਾਰੀ ਲੋਕਾਈ ਮਿਲ ਕੇ ਕਹਿ ਗਏ ਅਸੀਂ ਤਾਂ ਨਵਾਂ ਰੱਬ ਬਣਾਉਣਾ, ਤੈਨੂੰ ਤਾਂ ਲਾਉਣਾ, ਇਹ ਨਹੀਂ ਕਰ ਸਕਦੇ। ਉਹਦਾ ਰਾਜ ਅਟੱਲ ਹੈ, ਨਾ ਉਹ ਕਿਸੇ ਨਾਲ ਅਨਿਆਉ ਕਰੇ। ਜਿਹੋ ਜੇ ਕਰਮ ਹੈ ਉਹੋ ਜਿਹਾ ਫਲ ਉਹਨੇ ਭੁਗਤਾ ਦੇਣਾ। ਜਿੰਨਾ ਮਰਜ਼ੀ ਰੋਈ ਜਾਈਏ, ਹਾੜੇ ਕੱਢੀ ਜਾਈਏ, ਮੈਨੂੰ ਕਰ ਦੇ ਆ ਕਰ ਦਿਓ, ਕਹਿੰਦੇ ਨਹੀਂ, ਜੇ ਬਖਸ਼ਾਉਣਾ ਸੀ ਜਿਉਂਦੇ ਜੀ ਚੰਗੇ ਕਰਮ ਕਰ ਲੈਂਦਾ, ਜਿਉਂਦੇ ਜੀ ਬਖਸ਼ਾ ਲੈਂਦਾ, ਹੁਣ ਨਹੀਂ ਬਖਸ਼ਿਆ ਜਾਣਾ, ਹੁਣ ਤਾਂ ਇਹਦਾ ਬੱਚਾ ਭੁਗਤਾਨ ਭੁਗਤਣਾ ਪੈਣਾ ਹੈ। ਇਸ ਕਰਕੇ ਉਹਦੇ ਰਾਜ ਨੂੰ ਕੋਈ ਹਿਲਾ ਨਹੀਂ ਸਕਦਾ। ਔਰ ਭਾਵੇਂ ਸਾਰੀ ਲੋਕਾਈ ਦੁਹਾਈਆਂ ਪਾਈ ਜਾ, ਜੇ ਲੋਕਾਂ ਦੇ ਵੱਸ ਹੋਵੇ ਨਾ, ਇਹ ਸਾਰੇ ਲੋਕ ਧਰਨੇ ਤੇ ਬਹਿ ਜਾਣਾ, ਅਸੀਂ ਤਾਂ ਰੱਬ ਬਦਲਣਾ, ਨਵਾਂ ਰੱਬ ਬੁਲਾਉਣਾ ਹੈ ਤੇ ਆਪਣੇ ਔਰ ਇਸ ਸੰਸਾਰ ਦੇ ਨੀਤੀਵਾਨਾਂ ਨੇ ਕਹਿਣਾ ਸੀ ਵੋਟਾਂ ਪਾਓ, ਨਵਾਂ ਰੱਬ ਬਣਾਵਾਂਗੇ। ਫਿਰ ਇਹ ਕੰਮ ਕਰ ਦੇਣਾ ਸੀ ਇਹਨਾਂ ਨੇ। ਔਰ ਕਹਿੰਦੇ ਉਹ ਸੱਚਾ ਉਹਦਾ ਤਖਤ ਹੈ, 8 ਧਾਤਾਂ ਨੂੰ ਮਿਲਾਉਂਦਾ ਤੇ ਸੱਚਾ ਅਬਚਲ ਰਾਜ ਹੈ। ਸੱਚ ਮਹਿਲ ਨਵਹਾਨ ਨਵੇਲਾ, ਉਹਦਾ ਸੱਚਾ ਮਹਿਲ, ਸੱਚਖੰਡ ਰੂਪ, ਨਵਹਾਨ ਨਵੀਨ ਤੇ ਔਰ ਨਵੇਲਾ, ਜਿਹੜਾ ਨਵੇਂ ਤੋਂ ਨਵਾਂ ਸੁੰਦਰ ਮਹੱਲ ਹੈ, ਜਿਹੜਾ ਸਦਾ ਹੀ ਨਵਾਂ ਰਹਿੰਦਾ। ਅਸੀਂ ਮਹਿਲ ਪਾਈਏ, ਘਰ ਬਣਾਈਏ, ਪੁਰਾਣਾ ਹੋ ਜਾਂਦਾ। ਰੱਬ ਦਾ ਮਹਿਲ ਪੁਰਾਣਾ ਨਹੀਂ ਹੁੰਦਾ, ਉਹ ਸਦਾ ਨਵਾਂ ਹੈ ਤੇ ਉਹ ਆਪ ਨਵਾਂ ਹੈ। ਔਰ ਸੱਚਾ ਹੁਕਮ ਵਰਤਦਾ, ਉਹਦਾ ਝੂਠਾ ਬੋਲ ਨਹੀਂ, ਅਣਥਾ ਬੋਲ ਨਹੀਂ, ਉਹਦਾ ਸੱਚਾ ਹੁਕਮ ਹੈ ਤੇ ਸਾਰੇ ਵਰਤਾਰਾ ਵਰਤਦਾ ਹੈ, ਸਾਰੇ ਹੀ ਵਰਤਦਾ ਹੈ। ਮਹਾਰਾਜ ਸਾਹਿਬ ਕਹਿੰਦੇ ਸੱਚ ਅਮਰ ਸੱਚੋ ਰਸ ਕੇਲਾ, ਸੱਚਾ ਉਹਦਾ ਅਮਰ ਹੁਕਮ ਹੈ ਤੇ ਸੱਚ ਉਹਦਾ ਰਸ ਕੇਲਾ, ਉਹ ਖੁਸ਼ੀਆਂ ਬਖਸ਼ਦਾ ਹੈ, ਸਾਰਿਆਂ ਨੂੰ ਆਨੰਦ ਦਿੰਦਾ ਹੈ ਸੱਚਾ। ਔਰ ਜਿਹੜਾ ਜਿਹਦੇ ਤੇ ਉਹ ਪ੍ਰਸੰਨ ਹੋ ਜਾਂਦਾ, ਮਹਾਰਾਜ ਮੇਰ ਕਰਦੇ ਸੱਚੀ ਸਿਫਤ ਸਾਲਾਹ ਸੱਚ, ਸੱਚੀ ਉਹਦੀ ਸਿਫਤ ਤੇ ਸੱਚੀ ਸਾਲਾਹ। ਸੱਚ ਸਲਾਹਨਾ ਅੰਮ੍ਰਿਤ ਵੇਲਾ, ਸੱਚੇ ਤੋਂ ਸਲਾਹੁਣਾ, ਸੱਚੇ ਦੀ ਸਿਫਤ ਸਲਾਹ ਕਰਨੀ ਕਦੋਂ ਕਰੀਏ? ਭਾਈ ਗੁਰਦਾਸ ਸਾਹਿਬ ਕਹਿੰਦੇ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਪਰਮਾਤਮਾ ਦਾ ਆਰਾਧਨ ਕਰ, ਉਹਦੀ ਯਾਦ ਵਿੱਚ ਜੁੜ। ਪਹਿਲਾਂ ਤਾਂ ਮਨੁੱਖ ਨਾ ਵਸਤੂ ਪਾਉਣ ਵਾਸਤੇ, ਮੁਰਾਤਬਾ ਪਾਉਣ ਵਾਸਤੇ, ਦਾਤ ਲੈਣ ਵਾਸਤੇ ਬੜੇ ਯਤਨ ਕਰਦਾ, ਜਪਦਾ, ਆਰਾਧਦਾ, ਤੇ ਜਿੱਦਣ ਉਹ ਦਾਤ ਪੂਰੀ ਹੋ ਜਾਵੇ ਰੱਬ ਦਾਤਾਂ ਬਖਸ਼ਦਾ। ਇਹ ਕੁਝ ਮੰਗਦਾ ਨਹੀਂ ਔਰ ਇਹ ਨਹੀਂ ਕਹਿੰਦਾ ਵੀ ਇੰਨਾ ਕੁਝ ਦੇ ਤੇ ਫਿਰ ਆ ਕਰੂੰ, ਫਿਰ ਤੈਨੂੰ ਪੁੱਤਰ ਦੇਵਾਂ, ਫਿਰ ਤੇਰੇ ਪੁੱਤਰ ਦਾ ਮੰਗਣਾ ਕਰਾਊਂ, ਇੰਨੇ ਦੇਵੇਂਗਾ ਤੇ ਇੰਨੇ ਦੇਵੇਂਗਾ ਤੇ ਫਿਰ ਇਹਦਾ ਆਨੰਦ ਕਾਰਜ ਪੜਾਊਂ, ਇੰਨੇ ਦੇਵੇਂਗਾ ਤੇ ਫਿਰ ਤੇ ਕਿਤੇ ਪੋਤੇ ਪੋਤੀ ਦਾ ਮੂੰਹ ਦੇਖੇਗਾ, ਨਹੀਂ ਤੇ ਮੈਂ ਨਹੀਂ ਆਉਣ ਦੇਣਾ। ਰੱਬ ਨਹੀਂ ਇਹ ਕਰਦਾ, ਰੱਬ ਬੜਾ ਦਿਆਲੂ ਹੈ। ਅਸੀਂ ਜਦੋਂ ਦਾਤ ਪਾ ਲੈਨੇ ਨਾ ਪੁੱਤਰ ਦੀ, ਧੀ ਦੀ, ਪੁੱਤਰ ਧੀ ਨੇ ਮੁਰਾਤਬਾ ਲੈਣਾ ਹੈ, ਅਸੀਂ
ਅਰਦਾਸਾਂ ਬੇਨਤੀਆਂ ਕਰਦੇ, ਪ੍ਰਭੂ ਕਿਰਪਾ ਕਰ ਦਿੰਦੇ ਨੇ, ਟੁੱਟ ਜਾਂਦੇ। ਪਰ ਮੁੜ ਕੇ ਸਾਡੇ ਅੰਦਰ ਉਹ ਭਾਵਨਾ ਨਹੀਂ ਰਹਿੰਦੀ। ਅਸੀਂ ਜਿਵੇਂ ਪਹਿਲਾਂ ਆਰਾਧਦੇ ਹੁੰਦੇ ਨਾ ਪ੍ਰਭੂ ਨੂੰ, ਬੜੀਆਂ ਲਿਲੜੀਆਂ ਕੱਢਦੇ, ਉਵੇਂ ਸ਼ੁਕਰਾਨਾ ਨਹੀਂ ਅਦਾ ਕਰਦੇ। ਗੱਲ ਤਾਂ ਫੇਰ ਵੀ ਇਹ, ਫੇਰ ਵੀ ਪਰਮਾਤਮਾ ਨਾਲ ਇਉਂ ਹੀ ਪਿਆਰ ਰੱਖੀਏ। ਜਦੋਂ ਬਾਪੂ ਤੋਂ ਪੈਸੇ ਲੈਣੇ ਆ, ਉਦੋਂ ਇੱਧਰ ਦੀ ਉਹਨੂੰ ਜੱਫੀ ਪਾ ਲਈ, ਇੱਧਰ ਦੀ ਜੱਫੀ ਪਾ ਲਈ, ਮੋਢੇ ਤੋਂ ਆਇਆ, ਇੱਧਰੋਂ ਆਇਆ। ਤੇ ਜਦੋਂ ਪੈਸੇ ਲੈ ਲਏ, ਬਾਪੂ ਨੂੰ ਪਾਣੀ ਦਾ ਗਲਾਸ ਨਾ ਫੜਾਇਆ। ਇਹ ਨਾ ਹੋਵੇ, ਐਸਾ ਪ੍ਰੇਮ ਨਾ ਹੋਵੇ। ਬਾਪੂ ਨਾਲ ਸਦੀਵ ਹੀ ਪ੍ਰੇਮ ਹੋਵੇ। ਪ੍ਰੇਮ ਹੋਵੇ ਤੇ ਬਾਪੂ ਨੂੰ ਕਹਿਣ ਦੀ ਲੋੜ ਨਾ ਪਵੇ, ਉਹ ਆਪੇ ਕਹਿੰਦਾ ਲੈ ਪੁੱਤਰਾ ਕੁਝ ਖਾ ਲਈ, ਕੋਈ ਲੋੜ ਤਾਂ ਨਹੀਂ ਤੈਨੂੰ। ਪਹਿਲੀ ਗੱਲ ਉਹਨੂੰ ਪਤਾ ਹੀ ਹੁੰਦਾ ਹੈ। ਇਹ ਸੰਸਾਰੀ ਬਾਪੂ ਨੂੰ ਪੁੱਛਣਾ ਪੈਂਦਾ, ਉਹ ਤਾਂ ਸਾਡੇ ਅੰਦਰ ਦੀ ਜਾਣਦਾ। ਉਹਨੂੰ ਪਤਾ ਹੁੰਦਾ ਹੈ ਮੇਰੇ ਇਸ ਪੁੱਤਰ ਨੂੰ, ਮੇਰੀ ਇਸ ਧੀ ਨੂੰ ਕਿਹੜੀ ਚੀਜ਼ ਦੀ ਲੋੜ ਆ, ਔਰ ਉਹਨੂੰ ਉਹ ਦਾਤ ਬਖਸ਼ਦਾ ਹੈ। ਤੇ ਕਈ ਵਾਰ ਬਾਪੂ ਆਪਣਾ ਘਰ ਵਾਲੇ ਜਿਹੜੇ ਸੰਸਾਰੀ ਆ, ਉਹੀ ਗੁੱਸੇ ਹੋਵੇ ਤੇ ਅਸੀਂ ਉਹਦੇ ਨਾਲ ਲੜੇ ਭਿੜੇ ਹੋਈਏ, ਉਹਦੇ ਅਨੁਕੂਲ ਨਾ ਚੱਲੇ ਹੋਈਏ, ਤੇ ਫਿਰ ਉਹ ਕਹਿੰਦਾ, ਉਹ ਕਈ ਵਾਰ ਬੇਦਖਲ ਵੀ ਕਰ ਦਿੰਦਾ ਹੈ ਨਾ। ਤੇ ਇਹੋ ਹਾਲਾਤ ਨੇ ਜਦੋਂ ਅਸੀਂ ਗੁਰੂ ਦੇ ਔਰ ਰੱਬ ਦੇ ਰਸਤੇ ਤੋਂ ਉਲਟੇ ਚੱਲੇ ਹੋਈਏ ਨਾ, ਤੇ ਪੱਲੇ ਸਾਡੇ ਕੁਝ ਨਹੀਂ ਪੈਂਦਾ, ਫਿਰ ਹਾਵੇ ਤੇ ਹੌਕੇ ਹੀ ਪੈਂਦੇ ਨੇ। ਇਸ ਕਰਕੇ ਗੁਰੂ ਗੁਰੂ ਜਪਿਆ ਕਰੀਏ, ਗੁਰੂ ਨੂੰ ਪ੍ਰਸੰਨ ਰੱਖਿਆ ਕਰੀਏ, ਔਰ ਦਾਤਾਂ ਉਹ ਬਖਸ਼ਦਾ। ਉਹਨੇ ਦਾਤਾਂ ਆਪ ਨਹੀਂ ਵਰਤਣੀਆਂ, ਉਹਦੇ ਭੰਡਾਰੇ ਭਰੇ ਨੇ, ਉਹ ਸਾਡੇ ਵਾਸਤੇ ਹੀ ਨੇ। ਤੇ ਔਰ ਉਹਦੇ ਤੋਂ ਪ੍ਰਾਪਤ ਕਰਨ ਦਾ ਤਰੀਕਾ ਹੈ ਜਪਣਾ। ਮਹਾਰਾਜ ਸਾਹਿਬ ਕਹਿੰਦੇ ਉਹ ਸੱਚਾ ਉਪਦੇਸ਼ ਦਿੰਦਾ ਹੈ, ਉਹਦੀ ਸਿਫਤੋ ਸਾ ਲਾਂਘਾ ਕਰ ਔਰ ਉਹਨੂੰ ਜਪ। ਤੇ ਜਪਣ ਦਾ ਸਮਾਂ ਅੰਮ੍ਰਿਤ ਵੇਲਾ। ਸੱਚਾ ਗੁਰਮੁਖ ਪੰਥ ਹੈ, ਔਰ ਜਿਹੜਾ ਗੁਰਮੁਖਾਂ ਦਾ ਰਸਤਾ ਹੈ ਨਾ, ਉਹ ਵੀ ਸੱਚ ਦਾ ਹੈ, ਤੇ ਸੱਚੇ ਹੀ ਉਸ ਰਸਤੇ ਤੇ ਤੁਰ ਸਕਦੇ ਨੇ। ਸੱਚ ਉਪਦੇਸ਼ ਨਾ ਗਰਭ ਗਹਿਲਾ, ਸੱਚਾ ਉਪਦੇਸ਼ ਹੈ, ਔਰ ਇਹਦੇ ਉਪਦੇਸ਼ ਦੇ ਧਾਰਨੀ ਜਿਹੜੇ ਨੇ ਗਰਭ ਗਹਿਲਾ, ਉਹ ਗਰਭ ਦੇ ਹੰਕਾਰ ਦੇ ਵਿੱਚ ਲਪਾਈ ਮਨ ਨਹੀਂ ਹੁੰਦੇ। ਹੰਕਾਰੀ ਇਸ ਤੇ ਤੁਰ ਨਹੀਂ ਸਕਦੇ। ਆਸ ਆਸਾ ਵਿੱਚ ਨਿਰਾਸਗਤ, ਇਸ਼ਾਵਾਂ ਦੇ ਵਿੱਚ ਨਿਰਇਸ਼ਤ ਹੋ ਕੇ ਰਹਿਣਾ, ਪਰਮਾਤਮਾ ਦੇ ਨਾਲ ਜੁੜੇ ਰਹਿਣਾ। ਔਰ ਸੱਚਾ ਖੇਲ ਮੇਲ ਸੱਚ ਖੇਲਾ, ਸੱਚਾ ਖੇਲ, ਸੱਚੇ ਦਾ ਖੇਲ, ਤੇ ਉਹਦਾ ਖੇਲ ਇਹ ਕਰੇ ਪਰਮਾਤਮਾ ਮੈਨੂੰ ਮੇਲ ਲੈ। ਫਿਰ ਸੱਚਾ ਜਿਹੜਾ ਮੇਲ, ਸੱਚ ਮੇਲਾ, ਉਹ ਸੱਚ ਸਰੂਪ ਕਰਕੇ ਆਪਣੇ ਨਾਲ ਮੇਲਾ ਮੇਲ ਲਿਆ। ਗੁਰਮੁਖ ਗੁਰ ਸਿੱਖ, ਗੁਰੂ ਗੁਰ ਚੇਲਾ, ਗੁਰਮੁਖ ਜਿਹੜਾ ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਉਹ ਗੁਰੂ ਹੈ, ਗੁਰੂ ਦਾ ਰੂਪ ਹੋ ਜਾਂਦਾ ਹੈ। ਤੇ ਗੁਰੂ ਜਿਹੜਾ ਹੈ ਆਪਣੇ ਪਿਆਰੇ ਨੂੰ ਸਭ ਕੁਝ ਸੌਂਪ ਕੇ ਫਿਰ ਆਪ ਚੇਲੇ ਦੀ ਨੁਮਾ ਹੋ ਜਾਂਦਾ ਹੈ। ਕਹਿੰਦਾ ਤੂੰ ਗੁਰੂ ਬਣ। ਸਾਹਿਬ ਕਹਿੰਦੇ ਨਾ, ਉਹ ਸਾਹਿਬ ਮੈਂ ਉਸਕਾ ਚੇਰਾ, ਜਿਹੜਾ ਰਹਿਣੀ ਵਿੱਚ ਰਹਿੰਦਾ ਨਾ, ਉਹ ਮਾਲਕ, ਤੇ ਮੈਂ ਉਹਦਾ ਫਿਰ ਚੇਲਾ ਬਣਦਾ ਨਾ। ਮਹਾਰਾਜ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਗੁਰਮੁਖ ਹਉਮੈ ਪਰਹਰੈ, ਗੁਰਮੁਖ ਹਉਮੈ ਨੂੰ ਨਾਸ਼ ਕਰਦੇ ਨੇ। ਮਨ ਭਾਵੈ ਖਸਮੈ ਦਾ ਭਾਣਾ, ਮਨ ਅੰਦਰ ਮਾਲਕ ਦਾ ਭਾਣਾ ਪਾਉਂਦਾ, ਚੰਗਾ ਲੱਗਦਾ। ਪੈਰੀ ਪੈ ਪਾ ਖਾਕ ਹੋਏ, ਸਾਰਿਆਂ ਦੇ ਚਰਨਾਂ ਤੇ ਢਹਿ ਪੈਂਦਾ, ਤੇ ਆਪਣੇ ਆਪ ਨੂੰ ਚਰਨ ਧੂੜੀ ਮੰਨਦਾ। ਗੁਰਸਿੱਖਾਂ ਦੀ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਮਹਾਰਾਜ ਸਾਡੇ ਪਾਪੀਆਂ ਦੀ ਵੀ ਗਤ ਹੋ ਜਾਏਗੀ। ਦਰਗਹਿ ਪਾਵੈ ਮਾਨ ਨਿਮਾਣਾ, ਜਿਹੜਾ ਇੱਥੇ ਨਿਮਾਣਾ ਨਿਮਰਤਾ ਵਿੱਚ ਜਿਉਂਦਾ ਹੈ ਨਾ, ਦਰਗਾਹ ਪ੍ਰਭੂ ਦੇ ਵਿੱਚ ਉਹਦਾ ਅਦਬ ਤੇ ਸਤਿਕਾਰ ਹੁੰਦਾ ਹੈ। ਵਰਤਮਾਨ ਵਿੱਚ ਵਰਤਦਾ, ਵਰਤਮਾਨ ਸਮੇਂ ਦੇ ਵਿੱਚ ਵਰਤਾਰਾ ਕੌਤਕ ਵਰਤਦਾ। ਹੋਵਣ ਹਾਰ ਸੋਈ ਪਰਵਾਣਾ, ਜੋ ਕੁਝ ਹੋਣਾ ਉਹ ਪਰਵਾਣਾ ਪ੍ਰਵਾਨ ਕਰਦਾ ਹੈ। ਪ੍ਰਭੂ ਦਾ ਭਾਣਾ ਮਿੱਠਾ ਉਹਨੂੰ ਲੱਗਦਾ ਹੈ, ਪ੍ਰਵਾਨ ਕਰਦਾ ਹੈ। ਕਾਰਨ ਕਰਤਾ ਜੋ ਕਰੈ, ਜਿਹੜਾ ਕਰਤਾ ਅਕਾਲ ਪੁਰਖ ਵੈਗਰੂ ਕਾਰਨ ਕਰਦਾ, ਕੌਤਕ ਵਰਤਾਉਂਦਾ ਹੈ। ਕਹਿੰਦੇ ਸਿਰ ਧਰ ਮਨ ਕਰੇ ਸ਼ੁਕਰਾਨਾ, ਕਹਿੰਦਾ ਪ੍ਰਭੂ ਇਹ ਤੇਰਾ ਭਾਣਾ, ਉਸ ਹੁਕਮ ਨੂੰ ਸਿਰ ਮੱਥੇ ਮੰਨ ਕੇ ਪ੍ਰਭੂ ਦਾ ਸ਼ੁਕਰਾਨਾ ਕਰਦਾ। ਇਹ ਨਹੀਂ ਕਹਿੰਦਾ ਕਿ ਰੱਬਾ ਤੂੰ ਆ ਮਾੜੀ ਕੀਤੀ ਉਹ ਮੇਰੇ ਨਾਲ, ਆ ਨਹੀਂ ਸੀ ਤੈਨੂੰ ਮੇਰੇ ਨਾਲ ਕਰਨਾ ਚਾਹੀਦਾ। ਕਹਿੰਦਾ ਨਹੀਂ ਪ੍ਰਭੂ, ਜਿੱਦਣ ਤੂੰ ਖੁਸ਼ੀ ਬਖਸ਼ੀ ਸੀ ਉਹ ਵੀ ਤੇਰੀ ਬਖਸ਼ੀ ਸੀ, ਤੇਰਾ ਭਾਣਾ ਸੀ। ਜੇ ਅੱਜ ਇਸ ਘਰ ਵਿੱਚ ਗਮਗੀਨਤਾ ਜੀਵਨ ਵਿੱਚ ਆਈ ਆ, ਇਹ ਵੀ ਤੇਰਾ ਭਾਣਾ, ਔਰ ਤੂੰ ਹੀ ਇਹਨੂੰ ਭੇਜਿਆ ਹੈ, ਤੂੰ ਹੀ ਖੁਸ਼ੀ ਨੂੰ ਭੇਜਿਆ ਸੀ।
खुशी पासे कर देती, अज गमी भेज देती आ। महाराज इनू भी तू ही पासे करना है, ये तेरा भाना। वो प्रभु का शुक्र करदा है, राजी होए रजाए विच, परमात्मा की रजा दे विच राजी रहिंदा। हुक्म रजाई चलना, हुक्म दी ते रजा दे विच परमात्मा दे वो राजी रहिंदा है। दुनिया अंदर ज्यों मेहमान, संसार विच मेहमान की तरह रहिंदा। जिवें घरे प्राहुणा आया होवे ना, वो अपनत नहीं किसी चीज़ ते जनाउंदा, पर वो कि जिन्ने दिन रह कोई ना कोई धंधा नाल करदा ही है ना। संसार में जिन्ना चिर रहना है, कुछ करना कराउना, कारोबार किरत विरत करनी आ, पर उहदे ते अपनत नहीं जनाउणी। प्रभु ये तेरी ही किरपा है, प्रभु ये तेरी ही रहमत है। कुदरत कादर नो कुर्बाना, कादर करते दी कुदरत नूं भी कुर्बान। बलिहारे लेप आलेप सदा निर्वाणा, कहते संसार दे जेड़ा है ना लेप, और संसार ते इहदे विच आलेप, इहदे विच लपाई मान नहीं हुंदा, सदा निर्वाणा। इस तो बंधना तो संसार दियां तो गुरमुख गुर सिख प्यारा जिहड़ा है वो रहत होके रहना करदा है, इन्हां दे विच नहीं आउंदा। हुक्मी बंदा होए कै सैब दे हुक्मै विच रहना। वो गुरमुख जिहड़ा है ना, वो प्रभु दा हुक्मी बंदा बनदा है, हुक्म नूं मनणहारा, और ते सैब दे हुक्म विच वो तसलीम करदा है कि मैं दे हुक्म विच ही चलना, और हुक्म तो बाहर नहीं होना। हुक्म है अंदर सबको, सारे हुक्म दे विच ही ने। हुक्म है अंदर सबको, बाहर हुक्म ना कोई। नानक हुक्म है जे बुझै ता होमै कहे ना कोई, सबना आवटन है सैना। जेड़ा हुक्म तो बाहर हुंदा वो अवटन दुख, दुखां दा सामना करदा है, ते और हुक्म विच रह के दुखां नूं नकार देंदा है, लताड़ देंदा है। दिल दरियाओ समाऊ कर, दरिया रूपी दिल दरिया बना के परमात्मा दे विच समाओ कर समाउंदा है, और उन्हां दुखां नूं विच समा लैंदा है। गर्भ गवाए गरीबी वहना, वो गर्भ हंकार नूं गवा के गरीबी दे वहन विच चलदा है, तुरदा है, धारण करदा। 20-21 ओ लंघ कै, 20 विसवे जिहड़ा संसार है ना, इहदे विचों अगे लंघ के एक परमात्मा, और परमात्मा वाल नूं तुरदा है। साध संगत संघासन बहना, फिर वो इन्हां नूं अगे लंघ के संसार तो ना साध संगत विच आके, ये प्रभु दा संघासन है साध संगत, इहदे विच आके गुरमुख प्यारा बहिंदा है। शब्द सुरत लिव लीन होए, शब्द नूं सुन के सुरत उहदे विच लिव लीन कर देंदा है। एक मेकता हासिल करदा, अनुभव आघड़ कढ़ाई गहना, कहंदे अपना अनुभव अंदरों उपजिया होया ज्ञान दा बचन, कहंदे जिहड़ा आघाड़े उहनूं कढ़ाए, और जिन्हों कोई पता नहीं उन्हों सब कुछ दस के सिखा के, और कहंदे उन्हां बचनां नूं मन नूं संसार वालों घड़ मुछ के मोड़ के प्रभु वाल नूं घड़ तोड़ के कह लगे गहना एक सुंदर बना लैंदा है। सिदक सबूरी साबता, कहंदे सिदक दे अंदर सबर ते शुकर दे अंदर साबता निभदा है। शाकर शुकर ना देना लैना, वो परिपूर्ण परमात्मा दे शुक्र करदा है, उहदे सबर ते शुक्र विच जुड़ जांदा है। और वो कहंदा महाराज, और ना देना लैना, ना किसी का देना लैना कुछ भी नहीं, रहत हाँ नीर ना डुबण अग ना दहना। ऐसे गुरसिख जिहड़े आ ना, वो पानी विच डुबदे नहीं ते अग साड़दी नहीं। गुर का बचन बसे जी नाले, जल नहीं डूबै तस्कर नहीं लेवै, भाए ना साके जाले, उन्हों अग साड़ नहीं सकती। भाई साहब भाई गुरदास साहब कहते ने अगली पौड़ी विच, मेर मुहब्बत आशिकी इश्क मुश्क क्यों लुके लुकाया। कहते प्रभु दी मेहर ते गुर सिख दी मुहब्बत, और आशिकी ये प्रभु दे नाल जुड़न दी, और इश्क मुश्क क्यों लुके लुकाया। प्रभु दा आशिक बन के उन्होंने पाउन दा, उन्होंने ध्याउन दा, ते कहंदे सुगंधी दुर्गंधी जिवें ये दोवें लुकाया लुकदे नहीं।
ਭਗਤ ਲੁਕਾਇਆ ਲੁਕਦਾ ਨਹੀਂ। ਪ੍ਰਭੂ ਦਾ ਆਸ਼ਿਕ, ਪ੍ਰਭੂ ਦਾ ਦੀਵਾਨਾ ਹੈ। ਪ੍ਰਭੂ ਲਈ ਆਪਾ ਕੁਰਬਾਨ ਕਰ ਦਿੰਦਾ ਹੈ, ਆਪਣੇ ਡਕਰੇ ਡਕਰੇ ਕਰਵਾ ਲੈਂਦਾ ਹੈ, ਗੁਰੂ ਲਈ ਟੁਕੜੇ ਟੁਕੜੇ ਕਰਵਾ ਲੈਂਦਾ ਹੈ। ਔਰ ਪ੍ਰਭੂ ਦੇ ਲਈ ਔਰ ਚੰਦਨ ਵਾਸ ਵਨਸਪਤ, ਜਿਵੇਂ ਇੱਕ ਚੰਦਨ ਦੇ ਬਿਰਛ ਤੋਂ ਸਾਰੀ ਵਨਸਪਤੀ ਚੰਦਨ ਰੂਪ ਹੋ ਜਾਂਦੀ, ਹੋਏ ਸੁਗੰਧ ਨਾ ਆਪ ਗੁਣਾਇਆ। ਔਰ ਸਾਰਿਆਂ ਨੂੰ ਸੁਗੰਧੀ ਵੰਡੀ, ਪਰ ਚੰਦਨ ਨੇ ਆਪਾ ਨਾ ਜਨਾਇਆ ਕਿ ਮੇਰੇ ਤੋਂ ਹੀ ਸਾਰੇ ਸੁਗੰਧਿਤ ਹੋਏ ਆ। ਗੁਰਸਿੱਖ ਸਭ ਕੁਝ ਕਰਦਾ ਹੈ ਤੇ ਇਹ ਨਹੀਂ ਕਹਿੰਦਾ ਕਿ ਮੇਰੇ ਤੋਂ ਹੋਇਆ, ਕਹਿੰਦਾ ਨਹੀਂ ਮੇਰੇ ਮਾਲਕ ਨੇ ਕੀਤਾ। ਨਦੀਆਂ ਨਾਲੇ ਗੰਗ ਮਿਲ, ਜਿਵੇਂ ਸਾਰੀਆਂ ਨਦੀਆਂ ਤੇ ਨਾਲੇ ਜਿਹੜੇ ਨੇ ਗੰਗਾ ਦੇ ਨਾਲ ਮਿਲ ਕੇ ਹੋਏ ਪਵਿੱਤ ਨਾ ਆਖ ਸੁਣਾਇਆ, ਸਾਰੇ ਦੇ ਸਾਰੇ ਪਵਿੱਤਰ ਹੋ ਗਏ। ਕਦੇ ਗੰਗਾ ਨੇ ਨਹੀਂ ਕਿਹਾ ਬਈ ਤੁਸੀਂ ਮੇਰੇ ਨਾਲ ਮਿਲ ਕੇ ਪਵਿੱਤਰ ਹੋਏ ਹੋ, ਕਹਿੰਦੇ ਕਦੇ ਨਹੀਂ ਜਨਾਇਆ। ਹੀਰੇ ਹੀਰਾ ਵੇਦਿਆ, ਹੀਰੇ ਨੂੰ ਹੀਰਾ ਹੀ ਵਿੰਨਦਾ। ਔਰ ਜਿੰਨਾ ਮਰਜ਼ੀ ਥੌੜੀਆਂ ਨਾਲ ਹੀਰੇ ਨੂੰ ਕੁੱਟੀ ਜਾਓ, ਔਰ ਜਿੰਨੇ ਮਰਜ਼ੀ ਵਰਮਿਆਂ ਦੇ ਨਾਲ ਉਹਦੇ ਟੁਕੜੇ ਕਰਨੇ ਚਾਹੋ, ਉਹ ਹੀਰਾ ਨਹੀਂ ਵਿੰਨਿਆ ਜਾਂਦਾ। ਔਰ ਵਰਮੇ ਦੇ ਅੱਗੇ ਹੀਰੇ ਦੀ ਕਣੀ ਲਾ ਕੇ ਔਰ ਫੇਰ ਜਿਹੜਾ ਹੀਰੇ ਵਿੱਚ ਛੇਕ ਪੈਂਦਾ, ਕਹਿੰਦੇ ਗੁਰੂ ਦਾ ਸ਼ਬਦ ਹੀਰਾ, ਉਹਨੇ ਮਨ ਰੂਪੀ ਹੀਰੇ ਨੂੰ ਵਿੰਨਿਆ ਤੇ ਜਦੋਂ ਇਹ ਵਿੱਝ ਗਿਆ, ਅਣੀ ਕਣੀ ਹੋਏ ਹਿਰਦੈ ਸਮਾਇਆ। ਜਿਵੇਂ ਅਣੀ ਔਰ ਵਰਮੇ ਦੀ ਅਣੀ ਮੂਹਰੇ ਹੀਰੇ ਦੀ ਕਣੀ ਲਾ ਕੇ ਹੀਰੇ ਵਿੱਚ ਛੇਕ ਪੈਂਦਾ ਹੈ ਪ੍ਰਭੂ ਦੇ ਉਪਦੇਸ਼ ਅੱਗੇ, ਔਰ ਉਹਦੇ ਨਾਮ ਦੀ ਕਣੀ ਲਾ ਕੇ ਮਨ ਰੂਪੀ ਹੀਰੇ ਦੇ ਵਿੱਚ ਛੇਕ ਪਾਇਆ, ਫਿਰ ਉਹ ਅੰਦਰ ਸਮਾ ਗਿਆ। ਸਾਧ ਸੰਗਤ ਮਿਲ ਹੋਏ ਮਿਲ ਸਾਧ ਹੋਏ, ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਮਨੁੱਖ ਸਾਧੂ ਬਣ ਜਾਂਦਾ ਹੈ, ਸਾਧੂਆਂ ਵਾਲੇ ਗੁਣ ਧਾਰਨ ਕਰ ਲੈਂਦਾ ਹੈ, ਹਿਰਦੇ ਦੇ ਵਿੱਚ ਆ ਵਸਦੇ ਨੇ। ਪਾਰਸ ਮਿਲ ਪਾਰਸ ਹੋਏ ਆਇਆ, ਪਾਰਸ ਨੂੰ ਮਿਲ ਕੇ ਕਦੇ ਪਾਰਸ ਨਹੀਂ ਬਣਦਾ, ਬਾਰੀ ਪਾਰਸ ਤੋਂ ਸੋਨਾ ਬਣਦਾ ਹੈ। ਇੱਥੇ ਗੁਰੂ ਦੀ ਗੱਲ ਆ, ਗੁਰੂ ਪਾਰਸ ਨਾਲ ਮਿਲ ਕੇ ਗੁਰੂ ਦਾ ਰੂਪ ਹੋ ਗਿਆ, ਗੁਰੂ ਵਰਗਾ ਸਿੱਖ ਬਣ ਗਿਆ। ਔਰ ਨਿਹਚਲ ਗੁਰਮਤੀ, ਗੁਰੂ ਵੀ ਨਿਹਚਲ ਸੀ ਤੇ ਗੁਰੂ ਦੀ ਮੱਤ ਵੀ ਨਿਹਚਲ ਹੈ, ਉਹਨੂੰ ਪਾ ਕੇ ਗੁਰਸਿੱਖ ਵੀ ਨਿਹਚਲ ਹੋ ਗਿਆ। ਉਹਦਾ ਵੀ ਹਿਰਦਾ ਯਕੀਨ ਭਰੋਸਾ ਕਦੇ ਡੁਲਾਏ ਮਨ ਨਹੀਂ ਹੁੰਦਾ। ਭਗਤ ਵਚਲ ਹੋਏ ਆਸ਼ਲ ਛਲਾਇਆ, ਭਗਤਾਂ ਦਾ ਪਿਆਰਾ ਪ੍ਰਭੂ ਆ ਤੇ ਉਹ ਛਲਾਵੇ ਤੋਂ ਰਹਿ ਤੇ ਪਰ ਭਗਤਾਂ ਨੇ ਛਲਾਵੇ ਵਿੱਚ ਆ ਗਿਆ, ਭਗਤਾਂ ਦੇ ਵਸ ਵਿੱਚ ਆ ਗਿਆ। ਗੁਰਮੁਖ ਸੁਖ ਫਲਾ ਅਲਖ ਲਖਾਇਆ, ਗੁਰਮੁਖਾਂ ਨੇ ਸੁਖਦਾਇਕ ਫਲ ਜਿਹੜਾ ਸੀ ਨਾ ਇਹ ਪਾਇਆ, ਜਿਹੜਾ ਲਖਣੇ ਤੋਂ ਰਹਿਤ ਪਰੇ ਪਰਿਪੂਰਨ ਪਰਮਾਤਮਾ ਸੀ ਨਾ, ਗੁਰਮੁਖਾਂ ਨੇ ਉਹਨੂੰ ਪਾ ਲੈਣਾ ਕੀਤਾ, ਉਹਨੂੰ ਧਿਆਉਣਿਆਂ ਪਾਇਆ। ਸਤਿਗੁਰੂ ਗਰੀਬ ਨਵਾਜ ਨੇ ਕਿਰਪਾ ਕੀਤੀ, ਇੱਥੇ ਆ ਕੇ 18ਵੀਂ ਵਾਰ ਭਾਈ ਗੁਰਦਾਸ ਜੀ ਦੀ ਸੰਪੂਰਨ ਹੋਈ ਆ। ਜਿਵੇਂ ਅੱਗੇ 19ਵੀਂ ਵਾਰ ਦੀ ਆਰੰਭਤਾ ਹੋਵੇਗੀ, ਜਿੰਨੀ ਕੁ ਮਤ ਬੁੱਧ ਸਤਿਗੁਰੂ ਔਰ ਸਤਿਗੁਰੂ ਕੀ ਸੰਗਤ ਆਪ ਬਖਸ਼ਿਸ਼ ਕਰਦੇ ਹੋ, ਉਹਦੇ ਮੁਤਲਕ ਪੜ ਪੜਾ ਕੇ ਸਤਿਗੁਰੂ ਦੀ ਹਜ਼ੂਰੀ ਅੰਦਰ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਤੇ ਗੁਰੂ ਕੀ ਗੁਰਮਤਿ ਦੀ ਵਿਚਾਰ ਆਪ ਦੇ ਸਮਕਸ਼ ਰੱਖਣ ਦਾ ਯਤਨ ਕਰਾਂਗੇ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ, ਸਾਨੂੰ ਮਤ ਬੁੱਧ ਬਖਸ਼ਿਸ਼ ਕਰਨ, ਸਾਡਾ ਆਇਆ ਹੋਇਆ ਸਫਲਾ ਹੋ ਸਕੇ ਤੇ ਅਸੀਂ ਗੁਰਮਤਿ ਦੇ ਧਾਰਨੀ ਹੋ ਕੇ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਸਕੀਏ। ਇਹ ਵਿਚਾਰਾਂ ਦਾ ਤਾਂ ਹੀ ਲਾਭ ਆ ਜੇ ਜੀਵਨ ਵਿੱਚ ਕੁਝ ਬਦਲਾਅ ਲਿਆਂਦਾ, ਜੇ ਅਸੀਂ ਅੰਦਰੋਂ ਬਦਲਣ ਲੱਗ ਪਏ, ਗੁਰੂ ਵੱਲ ਨੂੰ ਤੁਰ ਪਏ, ਜੁੜ ਪਏ। ਜੇ ਤੁਰੇ ਨਹੀਂ, ਜੁੜੇ ਨਹੀਂ ਤੇ ਕੋਈ ਮਤਲਬ ਨਹੀਂ ਰਹਿ ਜਾਂਦਾ ਇਹ ਵਿਚਾਰਾਂ ਦਾ। ਔਰ ਜਦੋਂ ਜੀਵਨ ਅੰਦਰ ਕੁਝ ਨਾ ਕੁਝ ਇੱਕ ਇੱਕ ਗੱਲ ਵੀ ਅਸੀਂ ਧਾਰਨ ਕਰ ਲਈ ਨਾ, ਇੱਕ ਇੱਕ ਗੁਣ ਵੀ, ਉਹਦਾ ਵੀ ਪਤਾ ਲੱਗੇਗਾ ਹਾਂ ਬਈ ਇਸ ਨੇ ਕੁਝ ਨਾ ਕੁਝ ਜੀਵਨ ਵਿੱਚ ਧਾਰਨ ਕੀਤਾ ਹੈ। ਜੇ ਆਏ ਤੇ ਕੇਵਲ ਇੱਕ ਮਨੋਰੰਜਨ ਬਣਾਇਆ ਤੇ ਮਨੋਰੰਜਨ ਦੀ ਤਰ੍ਹਾਂ ਆਏ, ਇੱਥੇ ਜਿੰਨਾ ਚਿਰ ਬੈਠੇ ਠੀਕ ਹੈ, ਵਾਹ ਵਾਹ ਹੋ ਗਈ, ਫਿਰ ਜਦੋਂ ਬਾਹਰ ਗਏ ਤੇ ਫਿਰ ਉਹੋ ਜਿਹੇ ਹੋ ਗਏ। ਐਸਾ ਨਹੀਂ ਕਰਨਾ, ਬਚਨਾਂ ਨੂੰ ਜੀਵਨ ਅੰਦਰ ਉਤਾਰਨਾ, ਗੁਰਮਤਿ ਨੂੰ ਜੀਵਨ ਅੰਦਰ ਉਤਾਰਨਾ, ਫਿਰ ਗੁਰੂ ਨਾਲ ਜੁੜਿਆ ਜਾਣਾ, ਫਿਰ ਗੁਰੂ ਦੇ ਮਾਰਗ ਤੇ ਤੁਰਿਆ ਜਾਣਾ। ਸਾਡਾ ਆਇਆ ਸਫਲਾ ਹੋਣਾ ਹੈ। ਬੇਅੰਤ ਭੁੱਲਾਂ ਦੀ ਖਿਮਾ, ਸਾਹਿਬ ਦੇ ਬਚਨ ਜਾਣ ਹਿਰਦਿਆਂ 'ਚ ਵਸਾਵਨੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।